ਅੱਜ ਨਟ ਨਾਰਾਇਣ ਰਾਗ ਪ੍ਰਾਰੰਭ ਹੋ ਰਿਹਾ ਹੈ। ਪੁਰਾਤਨ ਰਾਗ ਨਟ ਨਾਰਾਇਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੁੱਖ ਰਾਗ ਵਜੋਂ 19ਵੇਂ ਅਸਥਾਨ ਦੇ ਅੰਕਿਤ ਕੀਤਾ ਗਿਆ ਹੈ। ਸੋਮੇਸ਼ਵਰ ਸੰਗੀਤ ਦੇ ਮਤ ਅਨੁਸਾਰ ਇਹ 6 ਰਾਗਾਂ ਵਿੱਚ ਹੈ। ਨਟ, ਬਿਲਾਵਲ ਅਤੇ ਕਲਿਆਣ ਦੇ ਮੇਲ ਤੋਂ ਇਹ ਨਟ ਬਣਦਾ ਹੈ। ਸੰਪੂਰਨ ਜਾਤੀ ਦਾ ਰਾਗ ਹੈ। ਸਾਰੇ ਸਵਰ ਸ਼ੁੱਧ ਹਨ। ਕਈ ਇਸ ਨੂੰ 6 ਸੁਰ ਦਾ ਰਾਗ ਦੱਸ ਕੇ ਨਿਸ਼ਾਦ ਸਵਰ ਲਾਉਣਾ ਵਰਜਦੇ ਨੇ। ਸ੍ਰੀ ਦਸਮ ਗ੍ਰੰਥ ਵਿੱਚ ਇਸ ਦਾ ਨਾਮ ਨਟ ਨਾਇਕ ਵੀ ਹੈ। ਜਿਵੇਂ ਨਟ ਨਾਇਕ ਸੁਧ ਮਲਹਾਰ ਬਿਲਾਵਲ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਨਟ ਰਾਗ ਦੇ ਵਿੱਚ ਹੀ ਗੁਰੂ ਸਾਹਿਬ ਜੀ ਨੇ ਇਸ ਰਾਗ ਨੂੰ ਲਿਖਿਆ ਹੈ ਅਤੇ ਗੁਰਮਤਿ ਸੰਗੀਤ ਅਨੁਸਾਰ ਇੱਕ ਮਾਚ ਨਾਟ ਦਾ ਔੜਵ ਸਾੜਵ ਰਾਗ ਹੈ, ਅਥਵਾ ਇਹ ਇੱਕ ਰਾਗ ਹੈ ਜੋ ਗੁਰਮਤਿ ਸੰਗੀਤ ਵਿੱਚ ਮੇਘ ਦਾ ਪੁੱਤਰ ਹੈ। ਜਬਲੀ ਧਰ ਨਟ ਆਓ ਜਲ ਧਾਰਾ, ਹਮੀਰ ਕਲਿਆਣ ਦੇ ਮੇਲ ਕਰਕੇ ਨਟ ਬਣਦਾ ਹੈ। ਪਰੰਤੂ ਹੋਰਨਾਂ ਮੱਤਾਂ ਵਿੱਚ ਸ਼ਿਵ ਮੱਤ, ਕਾਲੀਨਾਥ ਮੱਤ ਵਿੱਚ ਪੂਰਨ ਸ਼ੁੱਧ ਰਾਗ ਮੰਨਿਆ ਹੈ ਅਤੇ ਰਾਗਾਰਣਮ ਦੇ ਮੱਤ ਵਿੱਚ ਨਾਟ ਰਾਗ ਦੀ ਰਾਗਣੀ ਮੰਨੀ ਹੈ ਤੇ ਭਰਤ ਵਿੱਚ ਦੀਪਕ ਦਾ ਪੁੱਤਰ ਨਟ ਨਾਰਾਇਣ ਮੰਨਿਆ ਹੈ, ਅਥਵਾ ਇਸ ਦੀ ਗਣਨਾ ਰਾਗ ਰਾਗਣੀ ਪੱਧਤੀ ਦੇ ਪ੍ਰਮੁੱਖ 6 ਰਾਗਾਂ ਵਿੱਚ ਕੀਤੀ ਜਾਂਦੀ ਹੈ। ਪੁਰਾਤਨ ਰਾਗ ਹੋਣ ਕਰਕੇ ਸੰਗੀਤ ਦਰਪਣ ਦੇ ਰਚੇਤਾ ਪੰਡਿਤ ਦਮੋਦਰ ਨੇ ਇਸ ਦੀ ਰਚਨਾ ਪਾਰਵਤੀ ਦੇ ਮੁਖ ਤੋਂ ਮੰਨੀ ਹੈ। ਗੁਰਮਤਿ ਸੰਗੀਤ ਪਰੰਪਰਾ ਦੇ ਆਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਸ ਰਾਗ ਅਧੀਨ ਜੋ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਅੰਕਿਤ ਹੈ। ਦੋਵੇਂ ਮਾਧਿਅਮ ਅਤੇ ਬਾਕੀ ਸੁਰ ਸ਼ੁੱਧ ਲਗਾਉਂਦੇ ਆ। ਇਸ ਰਾਗ ਦੇ ਆਰੋਹ ਵਿੱਚ ਗੰਧਾਰ ਅਤੇ ਧੈਵਲ ਦਾ ਅਲਪ ਪ੍ਰਯੋਗ ਕੀਤਾ ਜਾਂਦਾ ਹੈ। ਇਸ ਦਾ ਵਾਦੀ ਪੰਚਮ, ਸਮਾਧੀ ਰਿਸ਼ਭ, ਥਾਟ ਬਿਲਾਵਲ ਅਤੇ ਸਮਾ ਰਾਗ ਦਾ ਦੂਜਾ ਪੈਰ ਅਤੇ ਜਾਤੀ ਸੰਪੂਰਨ ਔੜਵ ਹੈ। ਆਰੋਹ ਇਸ ਤਰ੍ਹਾਂ ਹੈ। ਸਾ ਮੰਗਾ ਮਾਰੇ ਮਾਂ ਪਾਧਾ ਨੀ ਸਾ, ਸਾਧਾ ਪਾ ਮਾਧਾ ਪਾ ਗਾ ਮਰੇ ਸਾ। ਰੋਹ ਅਤੇ ਅਵਰੋਹ ਇਸ ਤਰ੍ਹਾਂ ਮਾਂ ਤੀਬਰ ਆਰੋਹ ਦੇ ਵਿੱਚ ਤੇ ਅਵਰੋਹ ਦੇ ਵਿੱਚ ਵੀ ਇੰਜ ਗੰਧਾਰ ਅਤੇ ਧੈਵਤ ਯਾਨੀ ਗਾ ਅਤੇ ਧਾ ਥੋੜਾ ਜਿਹਾ ਇਸ ਦਾ ਪ੍ਰਯੋਗ ਕੀਤਾ ਜਾਂਦਾ ਹੈ। ਆਓ ਬੜੇ ਪਿਆਰ ਸਤਿਕਾਰ ਨਾਲ ਨਟ ਰਾਗ ਦੀ ਪ੍ਰਾਰੰਭਤਾ ਕਥਾ ਵਿਚਾਰ ਸਰਵਣ ਕਰੋ ਜੀ। ਉਚਾਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਨਟ ਨਾਰਾਇਣ ਮਹੱਲਾ ਚੌਥਾ। ਨਟ ਨਾਰਾਇਣ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਇੱਕ ਓੰਕਾਰ ਮਹਾਮੰਤਰ ਉਚਾਰਨ ਕਰ ਰਹੇ ਨੇ।
ਮੰਗਲ ਰੂਪ ਦੇ ਵਿੱਚ ਦਰਜ ਕਰ ਰਹੇ ਹਨ। ਇੱਕ ਅਦੁੱਤੀ ਪਰਮੇਸ਼ਰ ਓੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ। ਸਤਨਾਮ ਅਤੇ ਸਤ ਤ੍ਰੈਕਾਲ ਆਬਾਦ ਸਰੂਪ ਹੈ। ਨਾਮ ਸਾਰੇ ਸੰਸਾਰ ਵਿੱਚ ਪ੍ਰਸਿੱਧ ਹੈ। ਕਰਤਾ ਪੁਰਖ ਕਰਤਾ ਸਾਰੀ ਸ੍ਰਿਸ਼ਟੀ ਨੂੰ ਰਚਣ ਵਾਲਾ ਹੈ। ਪੁਰਖ ਸਾਰਿਆਂ ਦੇ ਵਿੱਚ ਪਰਿਪੂਰਨ ਹੈ। ਨਿਰਭਉ ਭੈ ਤੋਂ ਰਹਿਤ ਕਲਿਆਣ ਸਰੂਪ ਹੈ। ਨਿਰਵੈਰ ਅਤੇ ਵੈਰ ਤੋਂ ਰਹਿਤ ਅਕਾਲ ਮੂਰਤ ਕਾਲ ਤੋਂ ਰਹਿਤ ਮੂਰਤ ਹਸਤੀ ਵਾਲਾ ਹੈ। ਅਜੂਨੀ ਦੁਨੀਆਂ ਤੋਂ ਰਹਿਤ ਅਜਨਮਾ ਸਰੂਪ ਹੈ। ਸੈਭੰ ਸੁਤੇ ਪ੍ਰਕਾਸ਼ ਸਰੂਪ ਹੈ। ਗੁਰ ਪ੍ਰਸਾਦ ਗੁਰ ਚੇਤਨ ਅਤੇ ਸਭ ਤੇ ਪ੍ਰਸਾਦ ਕਿਰਪਾ ਕਰਨ ਵਾਲਾ ਹੈ। ਮੇਰੇ ਮਨ ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਸਤਿਗੁਰੂ ਮਹਾਰਾਜ ਜੀ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। हे ਮੇਰੇ ਪਿਆਰੇ ਮਨਾ ਜਪ ਅਹਨਸ ਨਾਮ ਹਰੇ ਸਭਨਾਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਨਾਮ ਇਹ ਦਿਨ ਅਤੇ ਨਿਸ ਰਾਤ ਦਿਨ ਅਤੇ ਰਾਤ ਜਪਨਾ ਕਰ ਜਪਿਆ ਕਰ। ਇਸੇ ਪ੍ਰਕਾਰ ਮੇਰੇ ਮਨ हे ਮੇਰਿਆ ਮਨਾ ਜਪ ਅਹਨਸ ਨਾਮ ਹਰੇ ਸੋ ਸਭ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦਾ ਜਿਨ੍ਹਾਂ ਜਿਨ੍ਹਾਂ ਨੇ ਦਿਨ ਅਤੇ ਰਾਤ ਪਰਮੇਸ਼ਰ ਦਾ ਨਾਮ ਜਪਣਾ ਕੀਤਾ ਹੈ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਖਾਸਰੇ ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਉਹ ਦਰਗਾਹ ਦੇ ਵਿੱਚ ਸਚਿਆਰ ਖਰੇ ਚੰਗੇ ਹੋਏ ਨੇ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੋ ਜਿਹੜੇ ਨਾਮ ਨੂੰ ਧਿਆਉਣ ਵਾਲੇ ਨੇ ਉਹ ਆਪਦੀ ਮਿਹਨਤ ਮਸ਼ੱਕਤ ਕਾਲ ਕਮਾਈ ਨੂੰ ਪੂਰੀ ਕਰਕੇ ਤੇ ਸਫਲ ਕਰਕੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਸੁਰਖਰੂ ਹੋ ਕੇ ਗਏ ਨੇ। ਉਹ ਆਪ ਤਾਂ ਛੁੱਟੇ ਹੀ ਨੇ, ਕਿੰਨੀ ਸ੍ਰਿਸ਼ਟੀ ਉਹਨਾਂ ਦੇ ਨਾਲ ਛੁੱਟ ਗਈ ਹੈ। ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ। ਹਰ ਨਾਕਸ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ। ਅਹੰਕਾਰੀਆਂ ਨਿੰਦਕਾਂ ਬੈਠਦੇ ਨਾਮ ਦਿਓ ਮੁਖਲਾਇਆ। ਜਨ ਨਾਨਕ ਐਸਾ ਹਰ ਸੇਵਿਆ ਅੰਤ ਲਈ ਛਡਾਇਆ। ਜਿਨ੍ਹਾਂ ਨੇ ਨਾਮ ਨੂੰ ਧਿਆਇਆ ਅੰਤ ਦੇ ਵਕਤ ਯਮਦੂਤਾਂ ਦੋਵੇਂ ਪਰਮਾਤਮਾ ਨੇ ਛੁਡਾ ਲਿਆ। ਜਿਹੜੇ ਇੱਥੇ ਦੁਨੀਆ ਦੇ ਵਿੱਚ ਤੰਗ ਪਰੇਸ਼ਾਨ ਕਰਦੇ ਸਨ ਉਹਨਾਂ ਜ਼ਾਲਮ ਰਾਜੇ ਮਹਾਰਾਜਿਆਂ ਤੋਂ ਵੀ ਬਚਾ ਕੀਤਾ, ਇੱਜ਼ਤ ਪਤ ਰੱਖੀ ਹੈ। ਇਸ ਲਈ ਮੇਰੇ ਮਨ ਇਹ ਮੇਰੇ ਪਿਆਰੇ ਮਨਾ ਜਬ ਇਹ ਨਿਸ ਇਹ ਦਿਨ ਤੇ ਨਿਸ ਰਾਤ ਇਹ ਨਿਸ ਜੇ ਇਕੱਠਾ ਮੰਨੀਏ ਦਿਨ ਬੋ ਰਾਤ ਇੱਕ ਰਸ ਕੰਟੀਨਿਊ ਲਗਾਤਾਰ ਨਾਮ ਹਰੇ ਹਰੀ ਪਰਮੇਸ਼ਰ ਦਾ ਨਾਮ ਜਪ। ਜੇ ਤੂੰ ਸੰਤ ਬਣਨਾ ਜਿਨ੍ਹਾਂ ਸਾਸ ਵਿਰਾਸ ਨਾ ਵਿਸਰੈ ਹਰ ਨਾਮ ਮਨਮੰਤ ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਕੋਟ ਕੋਟ ਦੁਖ ਬਹੁ ਕੀਨੇ ਉਹਨਾਂ ਦੇ ਜੋ ਕਰੋੜਾਂ ਜਨਮਾਂ ਦੇ ਵਿੱਚ ਕਰੋੜਾਂ ਹੀ ਦੋਸ਼ ਬਹੁਤ ਸਾਰੇ ਕੀਤੇ ਹੋਏ ਸਨ। ਇਸੇ ਪ੍ਰਕਾਰ ਕੋਟ ਕੋਟ ਦੁਖ ਬਹੁ ਕੀਨੇ ਬਹੁਤੇ
ਜਨਮਾਂ ਦੇ ਵਿੱਚ ਕੋਟਾਨ ਕੋਟ ਵਾਰ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਕਾਰਨਾਂ ਕਰਕੇ ਦੋ ਕੀਤੇ ਹੋਏ ਸਨ। ਸਭ ਪਰ ਹਰ ਪਾਸ ਤਰੇ। ਉਹਨਾਂ ਨੇ ਉਹ ਸਾਰੇ ਹਰੀ ਨਾਮ ਦੇ ਪ੍ਰਹਾਰ ਕਰਕੇ ਪਾਸੇ ਲਾਂਬੇ ਧਰ ਦਿੱਤੇ ਹਨ। ਜਾਂ ਮਹਾਰਾਜ ਫਰਮਾਉਂਦੇ ਨੇ ਸਭ ਪਰ ਹਰ ਪਾਸ ਤਰੇ। ਉਹ ਉਹਨਾਂ ਨੇ ਪਰਹਰਨ ਕਰਨ ਵਾਲੇ ਪਰਮੇਸ਼ਰ ਤੋਂ ਦੂਰ ਕਰਨ ਵਾਲੀ ਸਮਝ ਕੇ ਪਾਸੇ ਧਰ ਦਿੱਤੇ, ਪਾਸੇ ਰੱਖ ਦਿੱਤੇ ਹਨ। ਅਥਵਾ ਮਹਾਰਾਜ ਫਰਮਾਉਂਦੇ ਨੇ ਸਭ ਪਰ ਹਰ ਪਾਸ ਤਰੇ। ਜੋ ਇਹ ਸਾਰੇ ਦੋਖ ਸ਼ੁਭ ਗੁਣਾਂ ਨੂੰ ਪਰਹਰਨ ਨਾਸ਼ ਕਰਨ ਵਾਲੀ ਸਨ, ਉਹ ਉਹਨਾਂ ਨੇ ਪਾਸੇ ਰੱਖ ਦਿੱਤੇ ਨੇ। ਜਾਂ ਉਹ ਸਾਰੇ ਪਰਹਰਨ ਤਿਆਗਣੀ ਯੋਗ ਜਾਣ ਕੇ ਗੁਰਮਤਿ ਦੁਆਰਾ ਦੂਰ ਕਰ ਦਿੱਤੇ ਹਨ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਹਰ ਹਰ ਨਾਮ ਜਪੈ ਆਰਤ ਹੈ। ਇਹ ਮੇਰੇ ਮਨਾ ਜਿਹੜੇ ਗੁਰਮੁਖ ਪਿਆਰੇ ਸੇਵਕ ਪਾਏ ਖਰੇ। ਖਰੇ ਚੰਗੇ ਸੇਵਕ ਦਾਸਾ ਭਾਵ ਧਾਰ ਕੇ ਹਰੀ ਪਰਮੇਸ਼ਰ ਦੇ ਨਾਮ ਨੂੰ ਦਿਲ ਦੀ ਭਾਵਨਾ ਦੇ ਨਾਲ ਅਰਾਧਦੇ ਹਨ ਅਤੇ ਹਰੀ ਪਰਮੇਸ਼ਰ ਦੇ ਨਾਮ ਨੂੰ ਬਾਣੀ ਦੁਆਰਾ ਜਪਦੇ ਹਨ। ਜਾਂ ਸੇਵਕ ਭਾਵਨਾ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਮਨ ਕਰਕੇ ਅਰਾਧਦੇ ਨੇ ਅਤੇ ਬਾਣੀ ਨਾਲ ਜਪਦੇ ਨੇ। ਉਹ ਖਰੇ ਚੰਗੇ ਸ੍ਰੇਸ਼ਟ ਜੀਵਨ ਵਾਲੇ ਹੋ ਜਾਂਦੇ ਹਨ। ਅਤੇ ਕਿਲ ਵੇਖਾਂ ਦੋਖਾਂ ਗਏ ਸਭ ਨੀਕਾਰ। ਉਹਨਾਂ ਦੇ ਚਾਰ ਪ੍ਰਕਾਰ ਦੇ ਕਿਲ ਵਿਖ ਪਾਪ ਦੋਸ਼ ਇਤਿਆਦਿਕ ਇਉਂ ਸਾਰੇ ਹਿਰਦੇ ਵਿੱਚੋਂ ਨਿਕਲ ਗਏ ਹਨ। ਜੋ ਪਾਨੀ ਮੈਲ ਹਰੇ। ਜਿਵੇਂ ਪਾਣੀ ਮੈਲ ਨੂੰ ਨਾਸ਼ ਕਰ ਦਿੰਦਾ, ਦੂਰ ਕਰ ਦਿੰਦਾ ਹੈ, ਅਥਵਾ ਜਿਵੇਂ ਪਾਣੀ ਸਰੀਰ ਜਾਂ ਬਸਤਰ ਦੀ ਮੈਲ ਦੂਰ ਕਰ ਦਿੰਦਾ, ਇਸੇ ਪ੍ਰਕਾਰ ਪਰਮੇਸ਼ਰ ਦੇ ਨਾਮ ਰੂਪੀ ਜਲ ਨੇ ਪਾਪਾਂ ਰੂਪੀ ਮੈਲ ਹਰ ਦਿੱਤੀ ਹੈ। ਜਾਂ ਪ੍ਰੇਮ ਰੂਪੀ ਪਾਣੀ ਨਾਲ ਨਾਮ ਰੂਪ ਸਾਬਣ ਲਾ ਕੇ ਸਾਰੀ ਮੈਲ ਨਾਸ਼ ਦੂਰ ਕਰ ਦਿੱਤੀ ਹੈ। ਖਿਨ ਖਿਨ ਨਰ ਨਾਰਾਇਣ ਗਾਵਹਿ। ਛਿਨ ਛਿਨ ਕਾਲ ਵਿੱਚ ਜੋ ਨਰ ਪੁਰਖ ਨਾਰਾਇਣ ਪਰਮੇਸ਼ਰ ਦੇ ਜਸ ਨੂੰ ਕੀਰਤਨ ਰੂਪ ਦੇ ਵਿੱਚ ਗਾਉਂਦੇ ਹਨ। ਮੁਖ ਬੋਲਾ ਹੈ ਨਰ ਨਰ ਹਰੇ। ਅਤੇ ਜੋ ਨਰ ਪੁਰਖ ਨਰ ਹਰੇ ਪਰਮੇਸ਼ਰ ਦੇ ਨਾਮ ਨੂੰ ਮੂੰਹ ਦੇ ਨਾਲ ਬੋਲਦੇ, ਮੂੰਹ ਦੇ ਨਾਲ ਜਪਦੇ ਹਨ। ਇਸੇ ਪ੍ਰਕਾਰ ਖਿਨ ਖਿਨ ਨਰ ਨਾਰਾਇਣ ਗਾਵਹਿ। ਜੋ ਖਿਨ ਖਿਨ ਕਾਲ ਦੇ ਵਿੱਚ ਨਰ ਨਿਯੰਤਾ ਨਾਰਾਇਣ ਪਰਮੇਸ਼ਰ ਹੈ। ਜਾਂ ਜਿਸ ਪਰਮੇਸ਼ਰ ਦਾ ਨਰ ਆਇਣ ਨਰਾਂ ਨਰਾਂ ਦੇ ਵਿੱਚ ਆਇਣ ਘਰ ਹੈ, ਉਸ ਦੇ ਜਸ ਨੂੰ ਜੋ ਪੁਰਖ ਰਾਗਾਂ ਵਿੱਚ ਪਾ ਕੇ ਗਾਉਂਦੇ ਨੇ ਅਤੇ ਮੁਖੋਂ ਇਉਂ ਬੋਲਦੇ ਹਨ ਕਿ ਹੇ ਪਰਮੇਸ਼ਰ। ਮੁਖ ਬੋਲਾ ਹੈ ਨਰ ਨਰ ਹਰੇ। ਮੂੰਹ ਬੋਲਦੇ ਨੇ ਹੇ ਵਾਹਿਗੁਰੂ ਤੂੰ ਨਰ ਨਿਯੰਤਾ ਹੈ ਅਤੇ ਨਰਾਂ ਤੇ ਨਾਰੀਆਂ ਆਦਿਕ ਸਭਨਾਂ ਦੇ ਅੰਦਰ ਵਿਆਪਕ ਹੈ। ਜਾਂ ਹੇ ਨਰ ਹਰੇ ਤੂੰ ਸਭਨਾਂ ਨਾਰੀਆਂ ਨੂੰ ਹਰੇ ਭਰੇ ਕਰਨੇ ਵਾਲਾ ਹੈ। ਪੰਚ ਦੋਖ ਅਸਾਦ ਨਗਰ ਮਹੈ। ਉਹਨਾਂ ਦੇ ਸਰੀਰ ਰੂਪੀ ਨਗਰ ਦੇ ਵਿੱਚ ਜੋ ਪੰਜ ਦੋਸ਼ ਉਹ ਕਿਹੜੇ ਨੇ? ਸ਼ਬਦ ਸਪਰਸ਼ ਰੂਪ ਰਸ ਦੇ ਗੰਧ ਇਹ ਅਸਾਧ ਨਾ ਸਾਧੇ ਜਾਣ ਵਾਲੇ ਸਨ। ਉਹ ਪਰਮੇਸ਼ਰ ਦੇ ਨਾਮ ਨੇ। ਇੱਕ
ਏਕਾ ਖੈਨ ਪਾਲਾ ਦੂਰ ਕਰੇ। ਇੱਕ ਛਿਨ ਪਲ ਦੇ ਵਿੱਚ ਹੀ ਦੂਰ ਕਰ ਦਿੱਤੇ, ਨਿਵਰਤ ਕਰ ਦਿੱਤੇ ਹਨ। ਵੱਡ ਭਾਗੀ ਹਰ ਨਾਮ ਤੇ ਆਵ ਹੈ। ਜਿਹੜੇ ਵੱਡੇ ਭਾਗਾਂ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆਰਾਧਦੇ ਹਨ। ਹਰ ਕੇ ਭਗਤ ਹਰੇ। ਉਹਨਾਂ ਹਰੀ ਪਰਮੇਸ਼ਰ ਦੇ ਭਗਤਾਂ ਦੇ ਆਪਣੇ ਚਿੱਤ ਹਰ ਵਕਤ ਪ੍ਰੇਮ ਕਰਕੇ ਹਰੇ ਭਰੇ ਹਨ ਅਤੇ ਉਹ ਹੋਰਨਾਂ ਦੇ ਤਾਈਂ ਵੀ ਪ੍ਰੇਮ ਦੀ ਲਾਗ ਲਾ ਕੇ ਹਰੇ ਭਰੇ ਕਰਦੇ ਹਨ। ਤੈਨ ਕੇ ਸੰਗਤਾ ਦੇਹ ਪ੍ਰਭ ਜਾਚਾਓ। हे ਪ੍ਰਭ, हे ਪਰਮੇਸ਼ਰ, ਮੈਂ ਆਪ ਜੀ ਦੇ ਪਾਸੋਂ ਇਹੀ ਜਾਚੋ ਮੰਗਦਾ ਹਾਂ ਕਿ ਮੈਨੂੰ ਵੀ ਤਿਨਕੀ ਸੰਗਤ ਦੇ ਉਹਨਾਂ ਦੀ ਸਰੀਰ ਕਰਕੇ ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਸੰਗਤ ਬਖਸ਼ ਦੇਣਾ ਕਰ। ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਹੇ। ਮੈਂ ਮੂੜ ਮੁਗਧ ਨਿਸਤਾਰੇ। ਜਿਸ ਕਰਕੇ ਮੈਂ ਵੀ ਸ਼ਾਸਤਰ ਗਿਆਤ ਵੱਲੋਂ ਮੂਰਖ ਅਤੇ ਵਿਵਹਾਰਾਂ ਵੱਲੋਂ ਮੁਗਧ ਬੇਸਮਝ ਇਸ ਨਿਸਤਰੇ ਪਰਪੰਚ ਤੋਂ ਤਰ ਜਾਵਾਂ। ਕਿਰਪਾ ਕਿਰਪਾ ਤਾਰ ਜਗ ਜੀਵਨ। ਇਹ ਸਾਰੇ ਜਗਤ ਦੇ ਜੀਵਨ ਰੂਪ ਚੇਤਨ ਸਰੂਪ ਪਰਮੇਸ਼ਰ ਜਿਵੇਂ ਪਿਛਲੇ ਸਤਿਯੁਗ ਤ੍ਰੇਤੇ ਦੁਆਪਰ ਦੇ ਵਿੱਚ ਕਿਰਪਾ ਧਾਰਦਾ ਆਇਆ ਹੈ, ਉਸੇ ਤਰ੍ਹਾਂ ਮੇਰੇ ਤੇ ਵੀ ਹੁਣ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰ। ਇਸੇ ਪ੍ਰਕਾਰ ਕਿਰਪਾ ਕਿਰਪਾ ਤਾਰ ਜਗ ਜੀਵਨ। हे ਜਗਤ ਦੇ ਜੀਵਨ ਰੂਪ ਅਤੇ ਕਿਰਪਾਲੂ ਸੁਭਾਅ ਵਾਲੇ ਪਰਮੇਸ਼ਰ, ਮੇਰੇ ਉੱਤੇ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨਾ ਕਰ। ਰਾਖਾਂ ਲੈ ਵਹਾਓ ਸ਼ਰਨ ਪਰੇ। ਅਤੇ ਮੈਨੂੰ ਆਪਣੀ ਓਟ ਦੇ ਵਿੱਚ ਪਿਆ ਜਾਣ ਕੇ ਸੋ ਰੱਖੋ ਕਿਰਪਾ ਤਾਰ ਤੇਰੀ ਸ਼ਰਨ ਤੇਰੇ ਦਰਬਾਰ। ਰੱਖ ਲੈ ਇਹ ਮਹਾਰਾਜ ਸਾਨੂੰ ਕਿਰਪਾ ਕਰਕੇ ਰੱਖ ਲੈਣਾ ਕਰ। ਇਸ ਸੰਸਾਰ ਦੇ ਦੁੱਖਾਂ ਤੋਂ ਰੱਖ ਅਤੇ ਜੋ ਮਨ ਬਾਣੀ ਸਰੀਰ ਕਰਕੇ ਵਿਸ਼ੇ ਵਿਕਾਰਾਂ ਵਿੱਚ ਖਚਤਾਂ ਜੇ ਵਿਸ਼ਿਆਂ ਵਿਕਾਰਾਂ ਤੋਂ ਰੱਖ। ਕਿਰਪਾ ਕਰ ਨਰਕਾਂ ਦੀ ਅੱਗ ਤੋਂ ਰੱਖ, ਜਠਰਾ ਅਗਨੀ ਤੋਂ ਰੱਖ ਲੈਣਾ ਕਰ। ਇਹ ਮਹਾਰਾਜ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੇ ਉਗਰੈ ਤਿਥੈ ਲੈਹੋ ਉਬਾਰ। ਸੋ ਜਿਉ ਭਾਵੈ ਤਿਉ ਰਾਖ, ਹਰ ਪ੍ਰਭ ਤੇਰੀਆ। ਕੀਤੇ ਗਨੁ ਅਸੰਖ ਅਵਗਣ ਮੇਰੀਆ। ਅਸੰਖਿ ਅਵਗਣ ਖਤੇ ਫੇਰੇ, ਨਿਤ ਪ੍ਰਤ ਸਦ ਭੂਲੀਐ। ਮੋਹ ਮਗਨ ਵਿਕਰਾਲ ਮਾਇਆ, ਤੋ ਪ੍ਰਸਾਦੀ ਘੋਲੀ ਹੈ। ਲੋਕ ਕਰਤ ਵਿਕਾਰ ਵਿਖੜੇ, ਪ੍ਰਭ ਨੇਰ ਹੁੰਦੇ ਨੇਰਿਆ। ਬਿਨਵੰਤ ਨਾਨਕ ਦਇਆ ਧਾਰੋ, ਕਾਟ ਪਵ ਜਲ ਫੇਰਿਆ। ਰੱਖੋ ਆਪਣੀ ਸਰਮ ਪ੍ਰਭ, ਮੋਹ ਕਿਰਪਾ ਧਾਰੇ। हे ਮੇਰੇ ਪਰਮਾਤਮਾ, ਤੂੰ ਆਪਦੀ ਸ਼ਰਨ ਦੇ ਵਿੱਚ ਮੈਨੂੰ ਰੱਖਣਾ ਕਰ, ਆਪਣੀ ਕਿਰਪਾ ਧਾਰ ਕੇ। ਨਾਨਕ ਜਨ ਤੁਮਾਰੀ ਸਰਨਾਈ। ਸੋ ਅਸੀਂ ਮੂਰਖ ਹਾਂ, ਮੁਗਧ ਹਾਂ, ਤੇਰੀ ਕਿਰਪਾ ਨਾਲ ਹੀ ਤਰ ਸਕਦੇ ਹਾਂ। ਸਤਿਗੁਰੂ ਜੀ ਕਥਨ ਕਰਦੇ ਨੇ, ਇਹ ਹਰੀ ਮੈਂ ਜਨ ਮੈਂ ਦਾਸ ਤੇਰੀ ਸ਼ਰਨ ਵਿੱਚ ਆਇਆ ਹਾਂ ਜੀ। ਹਰ ਰਾਖਾਂ ਲਾਜ ਹਰੇ। ਇਸ ਲਈ हे ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ, ਮੇਰੀ ਲਾਜ ਤੇਰੇ ਹੱਥ ਹੈ ਜੀ। ਕਿਰਪਾ ਕਰਕੇ ਮੇਰੀ ਰਜਿਆ ਰੱਖ ਲੈਣਾ ਕਰੋ। ਆਪਦੀ ਇੱਜ਼ਤ ਬਚਾਉਣੀ ਸਭ ਤੋਂ ਔਖੀ ਹੈ। ਕਲ ਯੁੱਗ ਦਾ ਭਿਆਨਕ ਸਮਾਂ ਹੈ, ਹੋਰ ਸਭ ਕੁਝ ਸੌਖਾ ਹੈ। ਕਿਰਪਾ ਕਰੋ ਜੀ, ਮੇਰੀ ਇੱਜ਼ਤ ਬਾਤ ਆਪ ਜੀ ਦੇ ਹੱਥ ਹੈ।
ਕਿਰਪਾ ਕਰਕੇ ਰੱਖ ਲਵੋ ਜੀ। ਨਾਟ ਮਹੱਲਾ ਚੌਥਾ। ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਨਟ ਰੱਖਦਾ ਇਹ ਪਾਵਨ ਦੂਸਰਾ ਸ਼ਬਦ ਉਚਾਰ ਰਹੇ ਹਨ। ਰਾਮ ਜਪ ਜਾਨਾ। हे ਭਾਈ ਜਿਹੜੇ ਜਨ ਪੁਰਖ ਰਾਮ ਰਮੰਤੀ ਸਾ ਰਾਮਾ ਰਮੇ ਹੋਏ ਪਰਮੇਸ਼ਰ ਦਾ ਮਨ ਕਰਕੇ ਬਾਣੀ ਕਰਕੇ ਹਰ ਸਰੀਰ ਕਰਕੇ ਨਾਮ ਜਪਦੇ ਹਨ। ਰਾਮੈ ਨਾਮ ਰਲੇ। ਉਹ ਪੁਰਖ ਨਾਮੀ ਰਾਮੇ ਪਰਮੇਸ਼ਰ ਦੇ ਵਿੱਚ ਹੀ ਰਲ ਮਿਲ ਜਾਂਦੇ ਅਭੇਦ ਹੋ ਜਾਂਦੇ ਹਨ। ਰਾਮ ਨਾਮ ਜਪਿਓ ਗੁਰ ਬਚਨੀ। ਪਰ ਉਹਨਾਂ ਨੇ ਗੁਰੂ ਉਪਦੇਸ਼ ਦੁਆਰਾ ਰਾਮ ਪਰਮੇਸ਼ਰ ਦੇ ਨਾਮ ਨੂੰ ਜਪਿਆ ਹੈ। ਹਰ ਤਾਰੀ ਹਰ ਕਿਰਪਲੇ। ਜਿਨ੍ਹਾਂ ਉਤੇ ਸਭਨਾਂ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਨੇ ਆਪ ਕਿਰਪਾ ਦ੍ਰਿਸ਼ਟੀ ਕੀਤੀ ਹੈ। ਇਸੇ ਪ੍ਰਕਾਰ ਹਰ ਤਾਰੀ ਹਰ ਕਿਰਪਲੇ। ਜੋ ਹਰੀ ਪਰਮੇਸ਼ਰ ਸਭਨਾਂ ਤੇ ਕਿਰਪਾਲਤਾ ਕਰਨ ਵਾਲਾ ਹੈ, ਜਦ ਉਸ ਨੇ ਕਿਰਪਾ ਦ੍ਰਿਸ਼ਟੀ ਧਾਰੀ ਤਦੋਂ ਮਹਾਰਾਜ ਫਰਮਾਉਂਦੇ ਨੇ ਪੰਕਤੀ ਦਾ ਆਰੰਭ ਹੈ। ਰਾਮ ਨਾਮ ਜਪਿਓ ਗੁਰ ਭਜਨੀ। ਤਾਂ ਹੀ ਗੁਰਮੁਖ ਜਨਾਂ ਨੇ ਗੁਰੂ ਉਪਦੇਸ਼ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ। ਜਦ ਹਰ ਧਾਰੀ ਹਰ ਕਿਰਪਾਲੇ ਹਰੀ ਪਰਮਾਤਮਾ ਨੇ ਆਪ ਦੀ ਕਿਰਪਾ ਕੀਤੀ ਹੈ। ਹਰ ਧਾਰੀ ਹਰ ਕਿਰਪਾਲੇ। ਕਿਰਪਾਲੂ ਦਿਆਲੂ ਹਰੀ ਵਾਹਿਗੁਰੂ ਦੀ ਕਿਰਪਾ ਨਾਲ ਹੀ ਰਾਮ ਦਾ ਨਾਮ ਜਪਿਆ ਜਾਂਦਾ ਹੈ। ਰਹਾਉ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਹਰ ਹਰ ਅਗਮ ਅਗੋਚਰ ਸੁਆਮੀ। ਜੋ ਸਭਨਾਂ ਨੂੰ ਹਰੇ ਭਰੇ ਕਰਨ ਵਾਲਾ ਪਾਪਾਂ ਦਾ ਹਾਰ ਸ਼ਾਸਤਰਾਂ ਕਰਕੇ ਅਗਮ ਇੰਦਰੀਆਂ ਦੀ ਅਵਿਸ਼ੇ ਤੇ ਸਰਬ ਦਾ ਮਾਲਕ ਪਰਮੇਸ਼ਰ ਹੈ। ਜਨ ਜਪ ਮਿਲ ਸਲਲ ਸਲੇ। ਉਸ ਦੇ ਨਾਮ ਨੂੰ ਜਪ ਕੇ ਗੁਰਮੁਖ ਜਨ ਇੰਜ ਉਸ ਨਾਲ ਮਿਲ ਜਾਂਦੇ ਨੇ ਜਿਵੇਂ ਸਲਲ ਪਾਣੀ ਨਾਲ ਸਲਲੇ ਪਾਣੀ ਮਿਲ ਜਾਂਦਾ ਹੈ। ਇਸੇ ਪ੍ਰਕਾਰ ਜਨ ਜਪਾ ਮਿਲ ਸਲਲ ਸਲਲੇ। ਉਹ ਗੁਰਮੁਖ ਜਨ ਨਾਮ ਰੂਪ ਸਲਲ ਪਾਣੀ ਨੂੰ ਵੀ ਭਾਵ ਨਾਮ ਨੂੰ ਜਪ ਕੇ ਸਲਲੇ ਜਲ ਰੂਪ ਬ੍ਰਹਮ ਦੇ ਵਿੱਚ ਮਿਲ ਗਏ ਹਨ। ਹਰ ਕੇ ਸੰਤਾ ਮਿਲ ਰਾਮ ਰਸ ਪਾਇਆ। ਜਿਨ੍ਹਾਂ ਨੇ ਹਰੀ ਪਰਮੇਸ਼ਰ ਦੇ ਸੰਤ ਜਨਾਂ ਨਾਲ ਮਿਲ ਕੇ ਜਾਂ ਮਨ ਦੇ ਮਿਲੀ ਹੋ ਕੇ ਰਾਮ ਪਰਮੇਸ਼ਰ ਦੀ ਪ੍ਰਾਪਤੀ ਵਾਲੇ ਰਸ ਪ੍ਰੇਮ ਨੂੰ ਪਾਇਆ ਹੈ। ਹਮ ਜਨ ਕੈ ਬਲ ਬਲਲੇ। ਅਸੀਂ ਉਹਨਾਂ ਜਨਾਂ ਦੇ ਉੱਪਰੋਂ ਬਲਿਹਾਰ ਕੁਰਬਾਨ ਜਾਂਦੇ ਹਾਂ ਜਾਂ ਅਸੀਂ ਉਹਨਾਂ ਜਨਾਂ ਦੇ ਉੱਪਰੋਂ ਬਲਲੇ ਇੱਕ ਰਸ ਬਲ ਬਲਿਹਾਰ ਜਾਂਦੇ ਹਾਂ। ਇਸੇ ਪ੍ਰਕਾਰ ਹਮ ਜਨ ਕੈ ਬਲ ਬਲਲੇ। ਜਿਨ੍ਹਾਂ ਜਨਾਂ ਦੀਆਂ ਅਵਿਦਿਆਦਿਕ ਬਲ ਲੈ ਬਲਾਵਾਂ ਨੂੰ ਪਰਮੇਸ਼ਰ ਨੇ ਲੈ ਕਰ ਦਿੱਤਾ ਮੇਟ ਦਿੱਤਾ ਹੈ, ਅਸੀਂ ਉਹਨਾਂ ਜਨਾਂ ਦੇ ਉੱਪਰੋਂ ਬਲਿਹਾਰ ਜਾਂਦੇ ਹਾਂ। ਜਾਂ ਜਿਨ੍ਹਾਂ ਜਨਾਂ ਨੇ ਗੁਰਾਂ ਦੇ ਪਾਸੋਂ ਵਿਵੇਕ ਰੂਪੀ ਬਲ ਲੈ ਲਿਆ ਹੈ, ਉਹਨਾਂ ਦੇ ਉੱਪਰੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ ਹਾਂ। ਪਰਖੋ ਤਮ ਹਰ ਨਾਮ ਜਨ ਗਾਇਓ। ਜਿਨ੍ਹਾਂ ਗੁਰਮੁਖ ਜਨਾਂ ਨੇ ਪੁਰਖਾਂ ਦੇ ਵਿੱਚ ਉੱਤਮ ਪੁਰਖ ਹਰੀ ਪਰਮੇਸ਼ਰ ਦੇ ਨਾਮ ਨੂੰ ਕੀਰਤਨ ਰੂਪ ਦੇ ਵਿੱਚ ਗਾਇਆ ਹੈ। ਸਭ ਦੌਲਤ ਦੁੱਖਾਂ ਦਲਲੇ। ਉਹਨਾਂ ਦੇ ਪਰਮੇਸ਼ਰ ਨੇ ਸਾਰੇ ਅਵਿਦਿਆਦਿਕ ਕਰਕੇ ਪਏ ਦਲਿੱਦਰ ਅਤੇ ਜੰਮਣ ਮਰਨ ਦੇ ਦੁੱਖ ਨੂੰ ਦਲਲੇ ਦਲ ਕਰ ਦਿੱਤਾ, ਨਾਸ਼ ਕਰ ਦਿੱਤਾ ਹੈ। ਜਾਂ ਸਾਰੇ ਅਵਿਦਿਆਦਿਕ ਦੇ ਦਲਿੱਦਰ ਜੰਮਣ ਮਰਨ ਦੇ ਦੁੱਖ ਅਤੇ ਦਲ ਸਮੂਹ ਕਾਮ ਕ੍ਰੋਧ ਆਦਿਕ ਨੂੰ ਲੈ ਕਰ ਦਿੱਤਾ, ਨਿਵਰਤ ਕਰ ਦਿੱਤਾ ਹੈ।
ਤੈਜਾ ਦੇਹ ਦੋਖ ਅਸਾਧ ਪੰਚ ਧਾਤੂ। ਇਸ ਕਾਇਆਂ ਦੇ ਵਿੱਚ ਪੰਜ ਕਾਮ ਆਦਿਕ ਨਾ ਸਾਧੇ ਜਾਣ ਵਾਲੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਦੋਸ਼ ਹਨ। ਹਰ ਕੀ ਖਿਨ ਪਰਲੇ। ਉਹ ਨਾਮ ਜਪਣ ਵਾਲੇ ਦੇ ਅੰਦਰੋਂ ਹਰੀ ਪਰਮੇਸ਼ਰ ਨੇ ਇੱਕ ਖਿਣ ਦੇ ਵਿੱਚ ਪਰਲੇ ਪਰਾਂ ਕਰ ਦਿੱਤੇ, ਨਾਸ਼ ਕਰਨਾ ਕੀਤੇ ਹਨ। ਜਿਹੜੇ ਦੋਸ਼ ਸੀਗੇ ਉਹ ਨਾਸ਼ ਕਰ ਦਿੱਤੇ, ਹਰ ਇੱਕ ਖਿਣ ਵੀ ਨਹੀਂ ਲੱਗਾ ਹੈ। ਹਰ ਕੇ ਸੰਤਾਏ ਮਨ ਪ੍ਰੀਤ ਲਗਾਈ। ਹਰੀ ਪਰਮੇਸ਼ਰ ਦੇ ਸੰਤ ਜਨਾਂ ਨੇ ਮਨ ਵਿੱਚ ਗੁਰਾਂ ਦੁਆਰਾ ਨਾਮ ਨਾਲ ਇਉਂ ਪ੍ਰੀਤੀ ਲਗਾਈ ਹੈ। ਕਿਉਂ ਦੇਖਾ ਸਸ ਕਮਲੇ। ਜਿਵੇਂ ਸੱਸ ਚੰਦਰਮਾ ਨੂੰ ਵੇਖ ਕੇ ਕਮਲੇ ਕਵੀਆਂ ਚੜ੍ਹਦੀਆਂ ਨੇ, ਜਾਂ ਤਿਵੇਂ ਗੁਰੂ ਰੂਪ ਚੰਦਰਮਾ ਨੂੰ ਵੇਖ ਕੇ ਸਿੱਖਾਂ ਦੀਆਂ ਬੁੱਧੀ ਰੂਪ ਕਵੀਆਂ ਖਿੜ ਜਾਂਦੀਆਂ ਹਨ। ਹੁਣ ਵੈ ਕਨ 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 ਹਰ ਗਰਜੈ। ਜਿਸ ਪ੍ਰਕਾਰ ਬਦਲ ਕੰਨ ਬਹੁਤਾ ਕੰਨ ਇੱਕ ਰਸ ਉਹਨ ਮੈਂ ਚੁੱਕ ਕੇ ਗਰਜਦਾ ਹੈ, ਤਾਂ ਜਿਹੜੇ ਮਨ ਬਿਗਸੈ ਮੋਰ ਮੁਰਲੇ। ਮੋਰ ਅਤੇ ਮੁਰਲੇ ਮੋਰਨੀਆਂ ਦੇ ਮਨ ਹਿਰਦੇ ਬਿਕਸੈ ਪ੍ਰਸੰਨ ਆਨੰਦਿਤ ਹੁੰਦੇ ਨੇ, ਜਾਂ ਕਲਹਿਰੀ ਮੋਰਾਂ ਦੇ ਮਨ ਖਿੜ ਜਾਂਦੇ ਨੇ। ਜਿਵੇਂ ਬੜਾ ਹੰਸ ਰਾਗ ਦੇ ਵਿੱਚ ਸਤਿਗੁਰੂ ਨਾਨਕ ਦੇਵ ਜੀ ਨੇ ਸ਼ਬਦ ਉਚਾਰਿਆ, ਬੜਾ ਹੰਸ ਮਹੱਲਾ ਪਹਿਲਾ। ਮੋਰੀ ਰੁਣ ਚੁਣ ਲਾਇਆ ਭੈਣੇ ਸਾਹਮਣੇ ਆਇਆ। ਇਹ ਮੇਰੀ ਇਹ ਭੈਣੇ ਸਾਵਣ ਦਾ ਮਹੀਨਾ ਆ ਗਿਆ ਈਓ। ਬੱਦਲਾਂ ਦੀਆਂ ਕਾਲੀਆਂ ਘਟਾਵਾਂ ਵੇਖ ਕੇ ਮੋਰਾਂ ਨੇ ਰੁਣ ਚੁਣ ਬੜੇ ਆਨੰਦਦਾਇਕ ਸ਼ਬਦ ਯਾਨੀ ਆਵਾਜ਼ਾਂ ਕੱਢਣੀਆਂ ਕੀਤੀਆਂ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਵੀ ਲਿਖਿਆ, ਮੋਰ ਬਵੀਹੇ ਬੋਲਦੇ ਵੇਖ ਬੱਦਲ ਕਾਲੇ। ਕਾਲੇ ਬੱਦਲ ਵੇਖ ਕੇ ਮੋਰ ਅਤੇ ਬਵੀਹੇ ਬੋਲਦੇ ਹਨ। ਜਿਵੇਂ ਸੋ ਬੱਦਲ ਬਹੁਤਾ ਇੱਕ ਰਸ ਚੌਕੇ ਜਦ ਗਰਜਦਾ ਤਾਂ ਮੋਰ ਤੇ ਮੋਰਨੀਆਂ ਹਿਰਦੇ 'ਚ ਪ੍ਰਸੰਨ ਆਨੰਦਿਤ ਹੁੰਦੇ ਨੇ। ਇਸੇ ਪ੍ਰਕਾਰ ਹੁਣ ਵੈ ਕਨ 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 ਹਰ ਗਰਜੈ। ਬੱਦਲ ਕਿਹੜੇ ਨੇ? ਗੁਰੂ ਸਾਹਿਬ। ਗੁਰੂ ਰੂਪੀ ਬੱਦਲ ਬਹੁਤਾ ਇੱਕ ਰਸ ਚੌਕੇ ਪਾਪ ਦਿਆਲੂ ਹੋ ਕੇ ਪ੍ਰਭੂ ਪ੍ਰਾਪਤੀ ਵਾਲੀ ਉਪਦੇਸ਼ ਨੂੰ ਗਰਜਾ ਜਦ ਉਚਾਰਨ ਕਰਦੇ ਨੇ, ਤਦ ਮਨ ਬਿਗਸੈ ਮੋਰ ਮੁਰਲੇ। ਸਿੱਖ ਸਿੱਖਣੀਆਂ ਨੂੰ ਮੋਰ ਮੋਰਨੀਆਂ ਦੇ ਮਨ ਪ੍ਰਸੰਨ ਆਨੰਦਿਤ ਹੁੰਦੇ ਨੇ, ਜਾਂ ਕਲਹਿਰੀ ਮੋਰ ਦੀ ਤਰ੍ਹਾਂ ਸ਼ੁਭ ਗੁਣਾਂ ਦੀ ਧਾਰਨਾ ਵਾਲੇ ਉਤਮ ਜਗਿਆਸੂਆਂ ਦੇ ਮਨ ਖਿੜ ਆਉਂਦੇ ਹਨ। ਹਮਾਰਾ ਸੁਆਮੀ ਲੋਚ ਹਮ ਲਾਈ। ਸਾਡੇ ਮਾਲਕ ਪਰਮੇਸ਼ਰ ਨੇ ਆਪਣੇ ਨਾਮ ਨੂੰ ਜਪਣ ਲਈ ਸਾਡੀ ਇੱਛਾ ਲਾ ਦਿੱਤੀ ਹੈ। ਹਮ ਜੀਵੈ ਦੇਖ ਹਰ ਮਿਲੇ। ਇਸੇ ਕਰਕੇ ਸਾਰਿਆਂ ਵਿੱਚ ਮਿਲੇ ਹੋਏ ਹਰੀ ਪਰਮੇਸ਼ਰ ਦੇ ਦਰਸ਼ਨ ਦੇਖ ਕਰਕੇ ਅਸੀਂ ਜਿਉਂਦੇ ਹਾਂ। ਸੁਣ ਸੋ ਨਾਮ ਤੁਮਾਰਾ ਪ੍ਰੀਤਮ ਪ੍ਰਪੇਖਣਗਾ ਚਾਉ। ਆਖਾਂ ਜੀਵਾ ਵਿਸਰੇ ਮਰ ਜਾਉ। ਜੇ ਅਸੀਂ ਪਰਮੇਸ਼ਰ ਦੇ ਦਰਸ਼ਨ ਵੇਖ ਕੇ ਉਸ ਨਾਲ ਮਿਲ ਜਾਈਏ ਤਾਂ ਹੀ ਸਾਡਾ ਆਤਮਿਕ ਜੀਵਨ ਵੱਲ ਜਿਉਣਾ ਹੁੰਦਾ ਹੈ, ਜਾਂ ਪਰਮੇਸ਼ਰ ਨੂੰ ਮਿਲੇ ਤਾਂ ਉਹਦੇ ਦਰਸ਼ਨ ਦੇਖ ਕੇ ਹੀ ਸਾਡਾ ਜਿਉਣਾ ਹੁੰਦਾ ਹੈ। ਜਨ ਨਾਨਕ ਹਰ ਅਮਲ ਹਰ ਲਾਈ। ਸਤਿਗੁਰੂ ਜੀ ਮਹਾਰਾਜ ਕਥਨ ਕਰਦੇ ਕਿ ਹੇ ਪਰਮੇਸ਼ਰ, ਸਾਨੂੰ ਜਨਾਂ ਨੂੰ ਤੁਸੀਂ ਆਪ ਆਪਣੇ ਹਰੀ ਨਾਮ ਦੇ ਜਪਨ ਰੂਪੀ ਅਮਲ ਨਸ਼ੇ ਦੇ ਵਿੱਚ ਲਾਉਣਾ ਕੀਤਾ ਹੈ। ਹਰ ਮੇਲਾ ਅਨੰਦ ਭਲੇ। ਇਸ ਲਈ ਹੇ ਹਰੀ ਪਰਮੇਸ਼ਰ, ਤੁਸੀਂ ਸਾਨੂੰ ਜਨਾਂ ਨੂੰ ਆਪਣੇ ਸਰੂਪ ਦੇ ਨਾਲ ਮਿਲਣਾ ਕਰੋ, ਤਾਂ ਜੋ ਭਲੀ ਪ੍ਰਕਾਰ ਆਨੰਦ ਦੇ ਸਹਿਤ ਹੋਈਏ, ਜਾਂ ਸ੍ਰੇਸ਼ਟ ਆਤਮਿਕ ਆਨੰਦ ਦੀ ਪ੍ਰਾਪਤੀ ਵਾਲੇ ਹੋਈਏ ਜੀ। ਨਾਟ ਮਹੱਲਾ ਚੌਥਾ। ਨਟ
ਪੋਲਾ ਜਿਹਾ ਬੋਲਣਾ ਹੈ। ਨਟ ਰਾਗ ਦੇ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਰਾਮਦਾਸ ਗੁਰ ਜਿਨ ਸ੍ਰੀ ਅਤਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੁ ਅਤੋਲ ਤੋਂ ਤੀਰਾ ਅੰਤ ਨ ਬਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਖੰਡੇ ਤੁਧ ਸ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਿਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਠਤਾ ਮਨ ਸਾਧਾਰਿਆ। ਐਸੀ ਦੀਨ ਦਿਆਲ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਇਹ ਉਪਦੇਸ਼ ਦੀ ਸ਼ੈਬਰ ਲਾ ਰਹੇ ਨੇ, ਨਾਮ ਉਪਦੇਸ਼ ਦੀ ਵਰਖਾ ਕਰ ਰਹੇ ਹਨ। ਮੇਰੇ ਮਨ ਉੱਤਮ ਭਗਤੀ ਰਾਹੀਂ ਉਪਦੇਸ਼ ਦਿੰਦੇ ਨੇ, ਇਹ ਮੇਰੇ ਪਿਆਰੇ ਮਨ ਜਪ ਹਰ ਹਰ ਨਾਮ ਸਖੇ। ਸਭਨਾਂ ਨੂੰ ਹਰੇ ਭਰੇ ਕਰਨ ਵਾਲੇ ਅਤੇ ਲੋਕ ਵਿੱਚ ਸਹਾਇਤਾ ਕਰਨ ਵਾਲੇ ਪਿਆਰੇ ਸਖੇ ਮਿੱਤਰ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਜਪਣਾ ਕਰ। ਇਸੇ ਪ੍ਰਕਾਰ ਮੇਰੇ ਮਨ हे ਮੇਰੇ ਪਿਆਰੇ ਮਿੱਤਰ ਮਨ ਜਪ ਹਰ ਹਰ ਨਾਮ ਸਖੇ। ਸਭ ਦੇ ਪਾਪਾਂ ਨੂੰ ਹਰਨ ਵਾਲੇ ਤੇ ਸਭ ਨੂੰ ਆਪਣੀ ਚੇਤਨ ਸੱਤਾ ਨਾਲ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰ। ਗੁਰ ਬਰਸਾਤੀ ਹਰ ਨਾਮ ਤੇ ਆਇਓ। ਪਰ ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਵਾਲੇ ਗੁਰ ਪ੍ਰਸਾਦੀਆਂ ਨੇ ਹੀ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕੀਤਾ ਹੈ। ਹਮ ਸਤਿਗੁਰ ਚਰਨ ਪਖੇ। ਇਸ ਲਈ ਅਸੀਂ ਵੀ ਸਤਿਗੁਰੂ ਸਾਹਿਬ ਜੀ ਦੇ ਚਰਨਾਂ ਦਾ ਪਖੇ ਪੱਖ ਲਿਆ ਹੈ। ਭਾਵ ਹੋਰ ਸਾਰੇ ਆਸਰੇ ਛੱਡ ਕੇ ਮੈਂ ਸਭ ਕੇ ਛੋੜ ਰੱਬ ਤੋਂ ਹੀ ਤੇ ਆਇਆ। ਕੇਵਲ ਗੁਰੂ ਸਾਹਿਬ ਦੇ ਪਰਾਇਣ ਹੋ ਗਏ ਆ ਜਾਂ ਅਸੀਂ ਵੀ ਗੁਰੂ ਸਾਹਿਬ ਜੀ ਦੇ ਚਰਨ ਪੱਕੇ ਵੇਖਣਾ ਕੀਤੇ ਨੇ ਜਾਂ ਪੱਕੇ ਧੋਣਾ ਕੀਤੇ ਹਨ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਉਤਮ ਜਗਨਨਾਥ ਜਗਦੀਸ਼ਵਰ। ਜੋ ਸਭ ਤੋਂ ਸ੍ਰੇਸ਼ਟ ਜਗਤ ਦੇ ਮਾਲਕ ਜਗਦੀਸ਼ਵਰ ਪਰਮੇਸ਼ਰ। ਹਮ ਪਾਪੀ ਸ਼ਰਨ ਰਖੇ। ਅਸੀਂ ਪਾਪੀ ਸੀਗੇ, ਇਹ ਸਭ ਤੋਂ ਸ੍ਰੇਸ਼ਟ ਇਹ ਜਗਤ ਦੇ ਮਾਲਕ ਪਰਮੇਸ਼ਰ ਫਿਰ ਵੀ ਸਾਨੂੰ ਪਾਪੀਆਂ ਨੂੰ ਆਪ ਜੀ ਨੇ ਆਪਣੀ ਓਟ ਦੇ ਵਿੱਚ ਰੱਖਣਾ ਕੀਤਾ ਹੈ। ਜੇ ਸਾਡੇ ਪਾਪ, ਸਾਡੇ ਔਗਣ, ਸਾਡੇ ਗੁਨਾਹ ਸੰਗਤ ਵਿੱਚ ਪਤਾ ਲੱਗ ਜਾਣ, ਜਿਹੜੇ ਕਥਾ ਸੁਣਦੇ ਨੇ, ਤਾਂ ਸਾਨੂੰ ਜੋੜੇ ਘਰ ਚੋਂ ਜੁੱਤੀ ਲੈਣੀ ਔਖੀ ਹੋ ਜਾਊਗੀ। ਜੁੱਤੀ ਛੱਡ ਕੇ ਗੁਰਦੁਆਰੇ ਨੰਗੇ ਪੈਰੀ ਭਜਣਾ ਪਊਗਾ, ਫਿਰ ਰਾਹ ਛੱਡ ਕੇ ਪੈਲੀਆਂ ਦੇ ਵਿੱਚ ਦੀ ਦੌੜਨਾ ਪਊਗਾ। ਮਤਲਬ ਇੰਨੇ ਸਾਡੇ ਪਾਪ ਦੇ ਗੁਨਾਹ ਨੇ। ਤੇ ਪਰ ਮਹਾਰਾਜ ਨੇ ਆਪਦੇ ਚਰਨਾਂ 'ਚ ਬਿਠਾਲ ਕੇ ਸਾਧੂਆਂ ਦੀ ਗੱਦੀ ਦੇ ਕੇ, ਇਹ ਗੱਦੀ ਸਾਧੂਆਂ ਦੀ ਹੈ, ਸਾਡੇ ਵਰਗਿਆਂ ਦਾ ਅਧਿਕਾਰ ਨਹੀਂ ਹੈ। ਜਾਂ ਤਾਂ ਗੁਰੂ ਸਾਹਿਬ ਦਾ ਆਪ ਦਾ ਅਧਿਕਾਰ ਖੇਤਰ ਹੈ। ਇਹ ਜਿਹੜਾ ਨਾਮ ਦਾ ਬਾਣੀ ਦਾ ਉਪਦੇਸ਼ ਹੈ, ਉੱਚਾ ਤੇ ਸੁੱਚਾ ਨਾਮ ਜਪੋ, ਨਾਮ ਜਪੋ, ਨਾਮ ਜਪੋ, ਇਹ ਗੁਰੂ ਸਾਹਿਬ ਜੀ ਖੁਦ ਆਪ ਦੇ ਸਕਦੇ ਨੇ। ਜਾਂ ਫਿਰ ਉਹਨਾਂ ਦੀ ਕਿਰਪਾ ਦੇ ਪਾਤਰ ਜਿਹੜੇ 22 ਮੰਜੀਆਂ ਵਾਲੇ ਗੁਰੂ ਸਾਹਿਬ ਨੇ ਆਪ ਬ੍ਰਹਮ ਗਿਆਨੀ ਬਣਾਏ, ਉਹ ਉਪਦੇਸ਼ ਦੇਣ ਦਾ ਹੱਕ ਰੱਖਦੇ ਨੇ। ਗੁਰੂ ਸਾਹਿਬ ਆਪਣੇ ਵਕਤ ਸਿੱਖਾਂ ਨੂੰ ਮੰਜੀਆਂ ਦਿੰਦੇ ਹੁੰਦੇ ਸੀ, ਜਿਸ ਤਰ੍ਹਾਂ ਸਾਲਸਰਾਈ ਜੌਹਰੀ ਨੂੰ ਦਿੱਤੀ, ਉਹ ਅਧਿਕਾਰ ਰੱਖਦੇ ਸਨ। ਅਸੀਂ ਨਾ ਚੀਜ਼ ਪਾਪੀ ਬੰਦੇ ਉਸ ਗੱਦੀ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਦੇ ਹਜ਼ੂਰੀ ਦੇ ਵਿੱਚ ਜੇ ਕੁਛ ਬੋਲਣ ਦੇ ਯੋਗ ਹੋਏ ਹਾਂ, ਤੇ ਇਹ ਮਹਾਰਾਜ ਦੀ ਆਪ ਦੀ ਕਿਰਪਾ ਹੈ, ਸਾਨੂੰ ਆਪ ਦੇ ਚਰਨਾਂ 'ਚ ਜਗ੍ਹਾ ਬਖਸ਼ੀ ਹੈ। ਨਹੀਂ ਤਾਂ ਜਿਸ ਪਾਪੀ ਕੋ ਮਿਲੇ ਨਾ ਢੋਈ, ਕਿਤੇ ਵੀ ਢੋਈ ਨਾ ਮਿਲੇ। ਕਹਿੰਦੇ ਸ਼ਰਨ ਆਵੇ ਤਾਂ ਨਿਰਮਲ ਹੋਈ, ਸ਼ਰਨ ਆਉਣ ਤੋਂ ਹੀ ਮੈਲ ਤੋਂ ਰਹਿਤ ਹੋ ਗਏ। ਅਸੀਂ ਤਾਂ ਉਹੀ ਘਸੀਟੂ ਰਾਮ ਆ। ਉਹ ਜਿਵੇਂ ਘਸੀਟੂ ਨੂੰ
सारे ब्रह्म ज्ञानी कहन लग पे तो वह फकर नाल हंकारी हो गया। फिर संत कहन लगे भी किसी ने इनू ब्रह्म ज्ञानी नहीं कहना, घसीटू कहना है। वो गुस्से जा गया, महापुरखों को शिकायत लैके आया। महापुरख कहन लगे भी तू तो उही घसीटू आ भाई, कहण दे नाल थोड़ा बंदा बन जाता। तो इस तरह ये वाहिगुरू की कृपा है भी संतां दी गद्दी दे उपर बिठाल के ये जिहड़ी ड्यूटी है, ये जिहड़ी सेवा है ब्रह्म ज्ञानी संतां दी, दमदमी टकसाल के मुखी जिहड़े महापुरख हुंदे ने उन्हां दी सेवा है। गुरबाणी की कथा, गुरबाणी की अर्थ संगतां नूं सरवण कराउने ते विद्यार्थियों की पढ़ाई कराउने। जे सानू ये दात महापुरखों वालों गुरु घर दे विचों प्रसाद शांदा मिलिया है, किनका एक जिस जी बसावे तां की महिमा गणी ना आवे, किनका भी बहुत वड्डा हुंदा। ते ये वाहिगुरू की कृपा है। इसलिए है तां सी आपां पापी, पता नहीं पिछले जन्मां दे किन्ने कु गुनाह सीगे, पर महाराज ने मनुखा जन्म दिता, फिर आपकी संगत दी, फिर ब्रह्म ज्ञानियों के दर्शन कराए जिन्हों ने सानू कूड़ा एड़ा गुरबाणी के अखर पढ़ा के लगा मात्रा अर्थ सुना के ते ये संगतां की सेवा के योग बनाया। आपदी शरण दे विच, आपदी ओट दे विच रखना कीता है। आ जिहड़ा थड़ा साहिब है, ये नीचे बाबा जी का अंगीठा साहिब है, दूजे पासे दूजे शहीदां दा अस्थान। साडे वर्गे जिहड़े गुनाहगार पापी ते विकारां दे नाल मैले होए थड़े उपर चढ़न की योग्यता नहीं रखते। कई बार यानी कि हमेशा ही मैं चढ़न लगा ही सोचता हुंदा हाँ, जिहड़ा गुरुद्वारा खड्डी साहिब है, खड्डी साहिब खडूर साहिब, श्री गुरु अंगद देव महाराज का अंतिम स्थान, जिथे गुरु अंगद देव जी का अंतिम संस्कार होया। एक तो खड्डी साहिब जिथे महाराज दे नाल चरण अड़े, वो खड्डी अड़ी तो गुरु साहिब जी डिग पे, गुरु अमरदास जी, वो खड्डी का इतिहास है। एक उत्थे गुरु अंगद देव जी का संस्कार होया, उत्थे थड़ा साहिब के उपर श्री गुरु ग्रंथ साहिब जी का पावन प्रकाश है, वो अलग तो प्रकाश है। वो उन्ना की थड़ा है जिन्ने की जगह ते गुरु ग्रंथ साहिब जी प्रकाश हो सके। ते कई बार महापुरखों के नाल उत्थे दीवान लाने का मौका मिलिया, ते दीवान ला के मेरा सुभाव है कि मैं भजदा नहीं, गुरु साहिब की कृपा ही रहे। अरदास करी दी है, हुक्मनामा वो तो ग्रंथियां का काम हुंदा, जिहदी ड्यूटी होवे सेवा दी। ते पर चलो शरीर ने किहड़ा वध जाना, शामां नूं भी सवेरे भी हुक्मनामा भी आप ही लेना, ते उत्थे बैठण की जगह नहीं है। जिस तरह छाल मार के झाटी आपां थड़े ते बह जांदे आ, ये बाबे हनुमान सिंह दा अंगीठा साहिब है, शहीदां दी पवित्र जगह है। साढ़े शरीर जिन्ना मर्जी नहा धो के आइए फिर भी मुड़के दे नाल मैले ने, मानसिक तौर पर स्थितियां ठीक नहीं हैं, जिहड़े मन हैं उल्टे पुलटे विचारां वाले ने। तो इस वास्ते शहीदां दे पवित्र स्थान ते शरीर बैठण दी योग नहीं है। गुरु अंगद देव महाराज के स्थान दे बैठण की जगह ही नहीं है, थड़ा ही उन्ना का जिन्ना गुरु साहिब का प्रकाश है। हुक्मनामा लईदा खड़े होके, खड़े होके मारे तो रुमाला लाईदा। ते जे बहुता भी मर्यादा नूं देखना होवे तां पिछले पासे टेबल रखा जा सकता वखरा, थड़े वांग बिल्कुल बराबर का। तो उंज वैसे कोई हर्ज नहीं है। गुरु साहिब की हजूरी दे विच जे वजीरां ने नहीं बैठना फिर होर कौन बैठणगे। चौंकड़ा मार के ही गुरु ग्रंथ साहिब का पाठ आपां कर सकते हैं। तो वैसे ਉਹ मैं आप जी ਨੂੰ एक बेनती साझी की है कि वो गुरुद्वारा साहिब जी वो मर्यादा है कि गुरु अंगद देव महाराज के पवित्र स्थान दे वो ग्रंथी सिंह चौंकड़ा नहीं मारता, खड़ा होके गुरु साहिब का हुक्मनामा लैंदा। इयों ये महाराज
ਹਉ ਪਾਪੀ ਤੂੰ ਬਖਸ਼ਣਹਾਰ। ਅਸੀਂ ਪਾਪੀ ਹਾਂ, ਤੂੰ ਬਖਸ਼ਣ ਵਾਲਾ ਹੈ। जिस पापी को मिले न ढोई, शरण आवे तो निर्मल होई। हम पापी शरण रखिए, तू सानू आप दी ओड़ दे विच रखिया, ये तेरा धन्नवाद है, तह दिलों धन्नवाद है जी। सानू जगह दिती है आप दे स्थान दे जुड़ मिल के बैठन दी, आप दे गुण गाउण दी, ये तेरी कृपा है। इसलिए कृपा करो, ऐसी कृपा करो प्रभ मेरे, हर नानक बिसर ना अबहू मेरे। किसी वक्त भी तू सानू ना भुल। तुम वट पुरखा दीन दुख भंजना। हे परमेश्वर, तुसी ब्रह्मा विष्णु आदिक तो, वैराट हिरण गर्भ अभ्याकृत आदिक तो सबना तो वड्डे पुरख हो ਅਤੇ ਦੀਨ ਗਰੀਬਾਂ ਦੇ ਦੁੱਖ ਭੰਜਨ, ਦੁੱਖਾਂ ਨੂੰ ਨਾਸ਼ ਕਰਨ ਵਾਲੇ, ਮਿਟਣ ਵਾਲੇ ਹੋ ਜੀ। ਆਰਤੀਓ ਨਾਮ ਮੁਖੇ। हे हरि परमेश्वर, ਤੁਸੀਂ ਕਿਰਪਾ ਕਰਕੇ ਸਾਡੇ ਅੰਤःਕਰਨ ਰੂਪੀ ਮੁਖੜੇ ਵਿੱਚ ਆਪਣਾ ਨਾਮ ਅੰਮ੍ਰਿਤ ਦਿੱਤਾ ਹੈ। आप कृपा की अपना नाम दे के सानू मुखे मुग्ध रूप कर दिता है। हर गुण ऊंचा नीच हम गाए। ये हरि परमेश्वर, आप जी दे गुण बहुत उच्चे ने, ते जद असी नीचा ने तेरे गुणा नू गाया है। हम नीच से उत्तम भय सी, असी नीच साइकिल फड़ना ਤੇ ਨਗਰ ਦੀਆਂ ਰੋੜੀਆਂ ਦੇ ਨਿਆਈਆਂ 'ਚ ਗੰਦਮੰਦ ਵਾਲੀ ਜਗ੍ਹਾ 'ਤੇ ਮਾਫ ਕਰਨਾ, ਛੱਪੜਾਂ ਦੇ ਕੰਢੇ ਖਿੱਦੋ ਖੁੰਡੀ ਲੀਰਾਂ ਦੇ ਮਗਰ ਮਗਰ ਉਹ ਡੰਡੇ ਫੜ ਕੇ ਦੌੜੀ ਫਿਰਨਾ, ਮੱਝਾਂ ਗਾਵਾਂ ਦੀਆਂ ਬੂਸ਼ਾਂ ਮਰੋੜਦੀਆਂ ਛੱਪੜ 'ਚ ਤੁਰੇ ਫਿਰਨਾ, ਚਾਰ ਸਵੇਰੇ ਮੁੜਕਾ ਬੁਰੇ ਹਾਲ। ਤੇ ਪਤਾ ਹੀ ਨਹੀਂ ਸੀਗਾ ਵੀ ਗੁਰੂ ਘਰ ਹੈ ਕਿੱਥੇ, ਟਕਸਾਲ ਵਸਦੀ ਕਿੱਥੇ, कथा भी कोई दात है या नहीं है। तो इस वास्ते सी तां असी नीच, ते पर जिहड़ी तेरी कृपा हुई गुण गाउंदियां नूं देखिया ते मन में चाह होया, ते उन्हां नाल मिल के आपां भी जबान हिलाउणी शुरू कर दित्ती। टलियां टुलियां वजदियां सुणियां भी सोहणे साज वजदे ने ते सोहना महाराज दा कीर्तन हो रहा। ते जद असीं भी गाउण वजाउण लग पे तो महाराज की कृपा नाल नीवियां तो उच्चे हो गए। जिहड़ी वेल हुंदी है, वेल वो जिन्नी उच्ची खजूर ते चढ़ जाए तो उन्नी उच्ची हो जाती है, हुंदी वो नरम है। इस तरह सो नीवियां तो उच्चे हो गए। गुर सतगुरा संग सखे। ਅਤੇ ਗੁਰ ਪੂਜਨੀਕ ਸਤਿਗੁਰਾਂ ਦੀ ਸੰਗਤ ਦੇ ਨਾਲ ਮਿਲ ਕੇ ਸਭ ਦੇ ਸਖੇ ਪਿਆਰੇ ਬਣ ਗਏ, ਜਾਂ ਪੂਜਨੀਕ ਪਿਆਰੇ ਸਤਿਗੁਰਾਂ ਦੀ ਸੰਗਤ 'ਚ ਮਿਲ ਕੇ ਨੀਵੀਆਂ ਤੋਚੇ ਹੋ ਗਏ, ਜਾਂ ਪੂਜਨੀਕ ਪਿਆਰੇ ਸਤਿਗੁਰਾਂ ਦੀ ਸੰਗਤ ਦੁਆਰਾ ਅਸੀਂ ਨੀਚਾਂ ਨੇ ਪਰਮੇਸ਼ਰ ਦੇ ਉੱਚੇ ਗੁਣ ਗਾਏ ਨੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਆਪੇ। ਜਿਹੜੇ ਸਾਡੇ ਸਾਹਮਣੇ ਬੈਠੇ ਨੇ ਉਹਨਾਂ ਨੂੰ ਤੇ ਮਹਾਰਾਜ ਸਾਡੇ ਬਾਰੇ ਪਤਾ ਨਹੀਂ, ਪਰ ਤੂੰ ਤਾਂ ਜਾਣਦਾ ਹੀ ਹੈ ਵੀ ਆਪਾਂ ਕਿਸ ਤਰ੍ਹਾਂ ਦੇ ਤੇਰੇ ਕੋਲ ਆਏ ਸੀ। ਤੇ ਮਹਾਰਾਜ ਸੱਚੇ ਪਾਤਸ਼ਾਹ ਤੂੰ ਸਾਡੀ ਹਾਲਤ ਨੂੰ, ਵਿਵਸਥਾ ਨੂੰ ਜਾਣਦਾ ਹੈ। जो हमारी विद होती मेरे सतगुरा, सा विद तुम हर जान हो आके। हम रुलते फिरते कोई बात न पूछता, गुर सतगुर संग कीरे हम थापे। धन धन गुरु नानक जन कीरा, जित मिलिया चूके सब सोग संतापे। धन गुरु नानक देव महाराज तुसी धन हो, तुहाडे नाल मिल के असी रोंदे घलाउंदे दुखी हो गए ते घर छड्ड के तुहाडे चरनां जाई सी, तुसी आउंदे हसा दित्ता। अगदे मरग मुरग ते जाओ ना भी बंदे दा रोण नूं जी करे, रोण वालियां झाटी रवा दिंदियां ने। ते जिथे वाजे बुझे वजदे बंदे नचदे गाउंदे होण, उत्थे बदो बदी बंदा खुश हो जांदा। इउं गुरुद्वारे का माहौल वातावरण ही हस जाता है। इत्थे रोंदा होया बंदा भी रोवत जाए सो हसै, हसन लग पैंदा।
ਉਹਨੂੰ ਸੰਗਤ ਚੇਤਾ ਭੁਲਾ ਦਿੰਦੀ ਹੈ ਦੁੱਖ ਦਾ। ਦੁੱਖ ਭਾਵੇਂ ਉਤਰਾ ਹੀ ਰਹਿੰਦੇ ਨੇ, ਪਰ ਜਿਹੜੀਆਂ ਦੁੱਖ ਦੀਆਂ ਫੀਲਿੰਗਸ ਨੇ ਉਹ ਘਟ ਜਾਂਦੀਆਂ ਨੇ। ਮਨ ਦੀ ਚਿੰਤਾ ਖਤਮ ਹੋ ਜਾਂਦੀ ਹੈ ਵੀ ਕੋਈ ਨਹੀਂ, ਮਰਨਾ ਹੀ ਹੈ, ਸਾਰੀ ਦੁਨੀਆ ਮਰਦੀ ਆ, ਫਿਰ ਕੀ ਹੈ। ਤੋ ਇਸ ਤਰ੍ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਜੇ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਪਾਉ ਸਭ ਗਵਾਸੀ। ਵੀ ਚਲੋ ਜੇ ਅੱਜ ਵੀ ਚੜ੍ਹਾਈ ਕਰ ਗਏ ਤੇ ਜ਼ਿੰਦਗੀ ਤਾਂ ਸਫਲ ਹੈ ਹੀ ਆ। ਗੁਰੂ ਜੀ ਦੇ ਦਰਸ਼ਨ ਤਾਂ ਹੋ ਹੀ ਰਹੇ ਨੇ, ਸੇਵਾ ਵਿੱਚ ਤਾਂ ਹਾਜ਼ਰੀਆਂ, ਇੰਨਾ ਕੁ ਹੌਸਲਾ ਹੋ ਜਾਂਦਾ ਵੀ ਮਹਾਰਾਜ ਰਾਖੇ ਬਣਨਗੇ। ਤੋ ਇਸ ਤਰ੍ਹਾਂ ਸੀ ਤਾਂ ਅਸੀਂ ਪਾਪੀ ਤੇ ਨੀਵੇਂ, ਤੇ ਪਰ ਗੁਣ ਗਾ ਕੇ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਗੁਰੂ ਪੂਜਨੀਕ ਸਤਿਗੁਰਾਂ ਦੀ ਸੰਗਤ ਨਾਲ ਮਿਲ ਕੇ ਅਸੀਂ ਸਭਨਾਂ ਦੇ ਪਿਆਰੇ ਬਣ ਗਏ ਹਾਂ। ਜਿਉ ਚੰਦਨ ਸੰਗ ਬਸੈ ਨਿਮ ਬਿਰਖਾ। ਪੂਜਨੀਕ ਪਿਆਰੇ ਸਤਿਗੁਰਾਂ ਦੀ ਸੰਗਤ ਦੁਆਰਾ ਅਸੀਂ ਨੀਚਾ ਨੇ ਜਦ ਪਰਮੇਸ਼ਰ ਦੇ ਉੱਚੇ ਗੁਣ ਗਾਏ ਤਾਂ ਜਿਉਂ ਚੰਦਨ ਸੰਗ ਬਸੈ ਨਿਮ ਬਿਰਖਾ। ਜਿਵੇਂ ਚੰਦਨ ਦੇ ਬ੍ਰਿਕਸ਼ ਨਾਲ ਕੁੜੱਤਣ ਵਾਲਾ ਨਿੰਮ ਦਾ ਬ੍ਰਿਕਸ਼ ਵਸਣਾ ਕਰੇ ਤਾਂ ਉਸ ਨਿੰਮ ਦੇ ਵਿੱਚ ਵੀ ਗੁਣ ਚੰਦਨ ਕੇ ਵਸ ਖੇ। ਚੰਦਨ ਦੇ ਸੀਤਲਤਾ ਤੇ ਸੁਗੰਧੀ ਆਦਿ ਗੁਣ ਵਸ ਜਾਂਦੇ ਹਨ। ਇਸੇ ਪ੍ਰਕਾਰ ਚੰਦਨ ਨਿਕਟ ਸਭ ਚੰਦਨ ਹੋਈਆ। ਜਿਉ ਚੰਦਨ ਸੰਗ ਬਸੈ ਨਿਮ ਬਿਰਖਾ। ਗੁਰੂ ਰੂਪ ਚੰਦਨ ਦੀ ਸੰਗਤ ਦੇ ਨਾਲ ਜੇਕਰ ਨਿੰਮ ਦੇ ਬ੍ਰਿਕਸ਼ ਪੱਤ ਕੌੜੇ ਸੁਭਾਅ ਵਾਲਾ ਵਿਸ਼ਿਆਂ ਰੂਪੀ ਕੁੜੱਤਣ ਵਾਲਾ ਜੀਵ ਵਸਣਾ ਕਰੇ ਤਾਂ ਉਸ ਕੌੜੇ ਸੁਭਾਅ ਵਾਲੇ ਜੀਵ ਦੇ ਵਿੱਚ ਗੁਰੂ ਰੂਪੀ ਚੰਦਨ ਦੇ ਭਗਤੀ ਰੂਪ ਸੁਗੰਧੀ ਤੇ ਸ਼ਾਂਤੀ ਰੂਪ ਸੀਤਲਤਾ ਆਦਿ ਦੇ ਜਿਹੜੇ ਗੁਣ ਹਨ। ਗੁਣ ਚੰਦਨ ਕੇ ਬਸ ਖੇ। ਇਹ ਚੰਦਨ ਵਾਲੇ ਗੁਣ ਬਸ ਖੇਰ ਦੇ ਰੂਪੀ ਕੇ ਆਕਾਸ਼ ਵਿੱਚ ਵਸ ਜਾਂਦੇ ਨੇ। ਹਿਰਦਾ ਗੁਣਾਂ ਦੇ ਨਾਲ ਸ਼ਰਸ਼ਾਰ ਹੋ ਜਾਂਦਾ ਹੈ। ਮਹਾਰਾਜ ਕਿਰਪਾ ਕਰ ਦਿੰਦੇ ਨੇ। ਕਬੀਰ ਦੀ ਮਾਂ ਵਿਚਾਰੀ ਬੜੀ ਰੌਲਾ ਪਾਉਂਦੀ, ਦਰਾਣੀਆਂ ਜਠਾਣੀਆਂ ਦੇ ਕੋਲ ਆ ਕੇ ਆਪ ਦਾ ਦੁੱਖੜਾ ਸਾਂਝਾ ਕਰਦੀ ਤੇ ਸੰਤਾਂ ਨੂੰ ਵੀ ਕਈ ਵਾਰ ਬੁਰਾ ਭਲਾ ਕਹਿੰਦੀ। ਸੁਣੋ ਜਠਾਨੀ ਸੁਣੋ ਦਰਾਨੀ ਅਚਰਜ ਇੱਕ ਭਇਓ। ਸਾਤ ਸੂ ਤਿੰਨ ਮੁੰਡੀਏ ਖੂਏ। ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮਾਰੀ ਕਿਉਂ ਨਾ ਗਿਆ, ਨਿਕੰਮਾ ਜਿਹਾ, ਕੰਮ ਕੋਈ ਕਰਦਾ ਨਹੀਂ ਹੈ। ਤੇ ਨਿਆਣੇ ਮੂੰਹ ਵੱਲ ਵੇਂਦੇ ਰਹਿੰਦੇ ਨੇ। ਹਮਕੋ ਚਾਬਣ ਉਨਕੋ ਰੋਟੀ। ਜਿਹੜੀਆਂ 2 ਰੋਟੀਆਂ ਦਾ ਆਟਾ ਹੁੰਦਾ ਪਕਾ ਕੇ ਤੇ ਸੰਤਾਂ ਨੂੰ ਖਵਾ ਦਿੰਦਾ। ਉਹੋ ਜਿਹੀ ਲੋਈ ਇਹਦੇ ਨਾਲ ਆ ਗਈ। ਉਹ ਵੀ ਨਹੀਂ ਇਹਨੂੰ ਸਮਝਾਉਂਦੀ। ਵਿਆਹ ਤਾਂ ਕੀਤਾ ਸੀਗਾ ਵੀ ਘਰ ਵਾਲੀ ਸਮਝਾਊਗੀ, ਉਹ ਵੀ ਇਹਦੇ ਮਗਰ ਹੀ ਲੱਗ ਗਈ। ਸੰਤਾਂ ਦੀ ਸੇਵਾ 'ਚ ਦੋਵੇਂ ਲੱਗੇ ਰਹਿੰਦੇ ਨੇ। ਹਮਕੋ ਸਤਿ ਉਨਕੋ ਖਾਟ। ਸਾਨੂੰ ਪੁੰਜੇ ਸਵਾਉਂਦੇ ਨੇ, ਨਿਆਣੇ ਵਿਚਾਰੇ ਪੁੰਜੇ ਸੌਂਦੇ ਨੇ ਤੇ ਸੰਤਾਂ ਨੂੰ 2 ਮੰਜੀਆਂ ਹੁੰਦੀਆਂ ਘਰਾਂ 'ਚ, ਰੱਖਣ ਦੀ ਜਗ੍ਹਾ ਵੀ ਨਹੀਂ ਹੁੰਦੀ। ਉਹ ਮੰਜੀਆਂ ਸੰਤਾਂ ਨੂੰ ਢਾਹ ਦਿੰਦੇ ਨੇ। ਇਹ ਬੜਾ ਵਿਗੜ ਗਿਆ ਹੈ। ਸੰਤਾਂ ਦੀ ਸੰਗਤ ਕਰਕੇ ਇਹ ਵਿਗੜ ਗਿਆ ਹੈ। ਜਦ ਕਬੀਰ ਜੀ ਨੇ ਸੁਣਿਆ ਮਾਤਾ ਦਾ ਲੰਮਾ ਵੀ ਮਾਤਾ ਬੜਾ ਰੌਲਾ ਪਾਉਂਦੀ ਹੈ, ਕਬੀਰ ਜੀ ਆਪ ਜੀ ਦੇ ਮਾਤਾ ਪਿਤਾ ਦਾ ਸਤਿਕਾਰ ਕਰਦੇ ਆ। ਗੁਰੂ ਨਾਨਕ ਸਾਹਿਬ ਵੀ ਨਹੀਂ ਸਨ ਬੋਲਦੇ ਹੁੰਦੇ। ਮਾਂ ਪਿਓ ਜਿੰਨੇ ਮਰਜ਼ੀ ਮਾੜੇ ਹੋਣ ਪਰ ਪੁੱਤਾਂ ਲਈ ਧੀਆਂ ਲਈ ਮਾੜੇ ਨਹੀਂ ਹੁੰਦੇ। ਜੋ ਮਰਜ਼ੀ ਉਲਟਾ ਸਿੱਧਾ ਬੋਲਣ ਪਰ ਉਹਨਾਂ ਦੇ ਮਨ 'ਚ ਪਿਆਰ ਹੁੰਦਾ ਹੈ। ਜੇ ਉਹ ਗੁੱਸੇ ਵਿੱਚ ਵੀ ਕਹਿੰਦੇ ਨੇ ਤਾਂ ਦਿਲੋਂ ਪਿਆਰ ਕਰਕੇ ਕਹਿੰਦੇ ਨੇ। ਤੁਸੀਂ ਰਾਹ ਜਾਂਦੇ ਨੂੰ ਝਿੜਕ ਕੇ ਦਿਖਾਓ, ਕੋਈ ਗੱਲ ਸੁਣਦਾ ਕਿਸੇ ਦੀ? ਬਿਲਕੁਲ ਨਹੀਂ। ਇਸ ਲਈ ਮਾਂ ਜਿੰਨਾ ਮਰਜ਼ੀ ਬੋਲੇ ਪਰ ਉਹ ਮਾੜੀ ਨਹੀਂ ਹੁੰਦੀ ਹੈ। ਤੋ ਕਹਿੰਦੇ ਹਾਂ ਮਾਤਾ ਜੀ, ਹੱਥ ਜੋੜ ਕੇ ਮੱਥਾ ਟੇਕਿਆ ਵੀ ਧੰਨ ਹੈ ਤੂੰ ਜਿੰਨੇ ਮੈਨੂੰ ਜਨਮ ਦਿੱਤਾ। ਇਹ ਮਾਤਾ ਤੂੰ ਧੰਨ ਹੈ ਮੈਨੂੰ ਪਾਲਿਆ, ਮੈਂ ਤੈਨੂੰ ਨਮਸਕਾਰ ਕਰਦਾ। ਤੂੰ ਸੱਚ ਬੋਲਦੀ ਹੈ, ਝੂਠ ਨਹੀਂ ਬੋਲਦੀ। ਠੀਕ ਮੈਂ ਵਿਗੜ ਗਿਆ, ਪਰ ਵਿਗੜਿਆ ਕਿਹਨੂੰ ਕਹਿੰਦੇ ਨੇ? ਜਿਸ ਤਰ੍ਹਾਂ ਦੀ ਚੀਜ਼ ਪਹਿਲਾਂ ਹੋਵੇ ਉਸ ਤਰ੍ਹਾਂ ਦੀ ਨਾ ਰਹੇ। ਵਿਗੜ ਗਈ, ਬਦਲ ਗਈ, ਚੇਂਜ ਹੋ ਗਈ। ਵਿਗੜਿਆ ਨਾ ਮੈਂ ਚੇਂਜ ਹੋਏਗਾ।
तो ठीक मैं बदल गया हाँ, पर बदल के माड़ा नहीं बनया। शब्द उचारिया कहते गंगा के संग सलता बिगरी, सो सलता गंगा होए निवरी। जिहड़ी आम नदी सी वो गंगा दे नाल मिली ते मिल के बिगड़ गई, यानी बदल गई। ते बदल के की बनी, गंगा दा रूप ही बन गई। गंगा दा रूप ही बन गई। नदियां अते वाह अवह समुंद ना जानिया है। समुंद शाह सुल्तान गिरह सेती माल तन, समुंदर तां शाह है, शाहूकार है। आम नदियां नाले गंगा च मिले, गंगा दा पवित्र रूप बन गए। फिर अगे समुंदर च मिल के शाहूकार वड्डे शाह बन गए। इस तरह जियो मींह उठे, गलियां नालियां टोबियां का जल जाए, पवे विच सुरसरी सुरसरी मिलत पवित्र पावन होए जावे। ये जिहड़ी कथा है मेरा छोटे हुंदियां तो ही शौक है। वो अजकल तो महाराज की कृपा, माड़ा जिहा सोच नपो ते जिथों मर्जी कीर्तन कथा सुन लो। पुराना समा हुंदा सीगा ते टीवी दे उपर गुरमुखां ने कीर्तन करना या उन्हां दीयां कैसटां होणीआं। मैनूं पक्का याद है भी ये शब्द दा कीर्तन ते विच विचाले कथा कीती जिहड़ी, उस तरह मैं सुन के पका ली। ये संत राम सिंह जी सिंगड़े वाले नानकसर वालियां तो मैं सुनी सी, टीवी च आउंदे हुंदे सी। ऐतवार पता नहीं आउंदे सी, एक या दो शब्द पढ़दे। इन्नी मिठी ते प्यारी रसना, ऐन बरीक जी सुरीली आवाज़। एक सिंह साहब ज्ञानी इकबाल सो, तखत श्री हरमंदिर जी पटना साहब वाले की आवाज़ मैनूं बहुत सुंदर ते सुरीली। एक संत राम सिंह जी सिंगड़े वाले नानकसर, जिन्हां ने आपदा नोट लिख के ते जिथे किसानां ने धरना लाया सीगा, साध संगत जीओ उत्थे जाके ते चढ़ाई कर गए। किसानां दे हक दे विच आपदी कुर्बानी दे गए। वो बड़े वड्डे महापुरख, बड़े प्यार वाले सीगे। मेरे मन में उन्हों का बहुत सत्कार है, भावें मैं उत्थे नहीं गया, पर उन्हों का कीर्तन सुन के मन च प्यार पैदा होया। एक भाई बलविंदर सिंह जी रंगीले चंडीगढ़ वाले, इन्हों की रचना बड़ी बल वाली है, बंदे दे अंदर ही खुबदे जाते हैं। जिस तरह नगारा गूंजदा खड़कदा है, इस तरह बड़ी गंभीर आवाज़ दे विच साखी सुनाउणी एक ही संतां भगतां दी। वो बच्चियां दे जे प्यार नाल सुनते बहुत डूंगा असर करती है। सो गंगा के संग सलता बिगरी, सो सलता गंगा होए निबरी। जियो मींह उठे, गलियां नालियां टोबियां का जल जाए, पर सुरसरी सुरसरी मिलत पवित्र पावन हो जावे। वो गंगा नाल मिल के पवित्र पावन हो जाता। इसी प्रकार गंगा के संग सलता बिगरी, सो सलता गंगा होए निबरी। ते कहंदे ने कि पारस के संग तांबा बिगड़ियो, सो तांबा कंचन होए निबरियो। जिहड़ा पारस एक पत्थर है, जिहड़ा आपदे नाल छुआ के अठां धातां नूं सोना बनाउण दी समर्था रखदा, जद वो पारस दे नाल 8 धातां मिलियां तांबा आदि, ते उन्हें सोना बना दित्तियां। ते इसे तरह आ चंदन दे उदाहरण आ रही है। चंदन दे नाल भी भगत कबीर साहब जी ने उचारिया है कि चंदन के संग तरवर बिगड़ियो, सो तरवर चंदन होए निबरियो। चंदन दे विच गुण है कि टाली आदि जिन्ने भी दरख्त ने ਉਹਦੇ लागे होण तो जद ਉਹਦੀ हवा उन्होंने टच करती है तो वह चंदन का ही रूप बन जाते। उही चंदन बाजार में विकदा। असली चंदन का बड़ा महंगा है। जम्मू कश्मीर चंदन का बाग है, उत्थे सरकार का कब्जा है, तो बकायदा बाउंड्री की हुई है। एक केसर की खेती है, केसर की खेती के उपर भी बड़ी सिक्योरिटी है। तलाशी लैके कामियां नूं अंदर जाण दिंदे ने, तलाशी लैके बाहर कढ़दे ने। एक 9 पर भी केसर बाहर ना जाए, इन्ना महंगा केसर है। हुंदा उत्थे जम्मू जी है कश्मीर च, ते थोड़ी जी जगह है जिथे हुंदा। ते चंदन का भी कहंदे बाग है। एक बजुर्ग कश्मीर दे उन्होंने मैनूं दस्सिया
ਤੇ ਉਹ ਚੰਦਨ ਇੰਨਾ ਠੰਡਾ ਹੈ ਵੀ ਸੱਪ ਉਹਦੇ ਨਾਲ ਲਪੇਟੇ ਰਹਿੰਦੇ ਨੇ। ਮੈਂ ਕਿਹਾ ਉਹਨਾਂ ਨੂੰ ਤੋੜਦੇ ਕਿਵੇਂ ਨੇ, ਚੰਦਨ ਪ੍ਰਾਪਤ ਕਿਵੇਂ ਕਰਦੇ? ਕਹਿੰਦੇ ਇੱਕ ਗੈਸ ਜੀ ਛੱਡਦੇ ਨੇ, ਸੱਪ ਬੇਹੋਸ਼ ਹੋ ਕੇ ਥੱਲੇ ਡਿੱਗ ਪੈਂਦੇ ਨੇ, ਉਹਨਾਂ ਨੂੰ ਕਿਰਾਏ ਦੇ ਨਾਲ ਕਰਾ ਕੇ ਜਾਂ ਜਿਸ ਤਰ੍ਹਾਂ JCB ਚੁੱਕ ਕੇ ਇੱਕ ਪਾਸੇ ਢੇਰ ਲਾ ਦਿੰਦੀ ਆ, ਤੇ ਜਦੋਂ ਦਰਖਤ ਖਾਲੀ ਹੋ ਜਾਣ ਫਿਰ ਉਹਨਾਂ ਦਰਖਤਾਂ ਨੂੰ ਕੱਟ ਲੈਂਦੇ ਨੇ, ਤੇ ਮੁੜ ਕੇ ਫਿਰ ਸੱਪਾਂ ਨੂੰ ਮਾਰਦੇ ਨਹੀਂ, ਫਿਰ ਹੋਸ਼ 'ਚ ਆ ਜਾਂਦੇ ਨੇ, ਮੁੜ ਕੇ ਫਿਰ ਦਰਵਾਜ਼ਾ ਬੰਦ ਕਰ ਦਿੰਦੇ, ਉੱਥੇ ਕਿਸੇ ਨੂੰ ਜਾਣ ਨਹੀਂ ਦਿੰਦੇ। ਇੰਨਾ ਕੀਮਤੀ ਹੈ ਤੇ ਇੰਨਾ ਗੁਣ ਵਾਲਾ ਹੈ। ਇਉਂ ਸੋ ਜਿਸ ਤਰ੍ਹਾਂ ਚੰਦਨ ਦੇ ਨਾਲ ਮਿਲ ਕਰਕੇ ਟਾਹਲੀ ਆਦਿਕ ਦਰਖਤ ਚੰਦਨ ਦਾ ਰੂਪ ਬਣ ਗਏ, ਇਸੇ ਪ੍ਰਕਾਰ ਸੰਤਨ ਸੰਗ ਕਬੀਰਾ ਬਿਗੜਿਓ, ਸੋ ਕਬੀਰ ਰਾਮੇ ਹੋਏ ਨਿਬਰੋ। हे ਮੇਰੀ ਮਾਤਾ, ਸੰਤਾਂ ਨਾਲ ਮਿਲ ਕੇ ਮੈਂ ਵਿਗੜ ਗਿਆ, ਪਰ ਵਿਗੜ ਕੇ ਮਾੜਾ ਨਹੀਂ ਬਣਿਆ। ਰਾਮ ਕਬੀਰਾ ਇੱਕ ਭਏ ਹੈ, ਕੋਈ ਨਾ ਸਕੇ ਪਛਾਣੇ। ਰਾਮ ਤੇ ਕਬੀਰ ਇੱਕ ਹੋ ਗਏ। ਸੰਤਾਂ ਨਾਲ ਮਾੜਾ ਨਹੀਂ ਬਣੀਦਾ, ਕੀਮਤ ਵੱਧ ਜਾਂਦੀ ਹੈ। ਜਿਸ ਤਰ੍ਹਾਂ ਤਾਂਬੇ ਦੀ ਕੀਮਤ ਸੋਨਾ ਰੂਪ 'ਚ ਵੱਧ ਗਈ, ਤੇ ਜਲ ਦੀ ਕੀਮਤ ਗੰਗਾ ਰੂਪ ਦੇ ਵਿੱਚ ਵੱਧ ਗਈ। ਚੰਦਨ ਦੀ ਸੰਗਤ ਕਰਕੇ ਟਾਹਲੀ ਆਦਿਕ ਆਮ ਲੱਕੜ ਦਰਖਤ ਦੀ ਜਿਹੜੀ ਕੀਮਤ ਹੈ ਉਹ ਵੱਧ ਗਈ। ਇਸ ਤਰ੍ਹਾਂ ਸੀ ਤਾਂ ਮੈਂ ਆਮ ਬੰਦਾ, ਪਰ ਸੰਤਾਂ ਦੀ ਕਥਾ ਸੁਣ ਕੇ, ਸੰਤਾਂ ਦੀ ਸੇਵਾ ਕਰਕੇ, ਉਹਨਾਂ ਦੇ ਪ੍ਰਵਚਨ ਸੁਣ ਕੇ ਮੈਨੂੰ ਵੀ ਮਹਾਰਾਜ ਨੇ ਸੰਤੀ ਬਣਾਤਾ। ਵਪਾਰੀ ਨਾਲ ਮਿਲ ਕੇ ਬੰਦਾ ਵਪਾਰੀ ਬਣ ਜਾਂਦਾ, ਲੋਹੇ ਦੇ ਮਿਸਤਰੀ ਨਾਲ ਮਿਲ ਕੇ ਲੋਹਾ ਕੁੱਟਣ ਲੱਗ ਜਾਂਦਾ। ਕਿਉਂ? ਜਿਹਦੇ ਨਾਲ ਕੰਮ ਕਰੀ ਉਹਦੇ ਵਰਗੇ ਬਣ ਜਾਈਦਾ। ਜੇ ਬਾਣੀ ਦਾ ਕੰਮ ਕਰਾਂਗੇ ਫਿਰ ਬਾਣੀ ਦਾ ਹੀ ਰੂਪ ਮਹਾਰਾਜ ਲੈ ਲੈਣਗੇ, ਉਹੀ ਬਣਾ ਦੇਣਗੇ। ਤੋ ਇਸ ਵਾਸਤੇ ਸੰਤਾਂ ਦੀ ਸੰਗਤ ਕਰਨ ਤੋਂ ਸੰਤਾਂ ਦਾ ਹੀ ਰੂਪ ਬਣ ਗਏ। ਰਾਮ ਕਬੀਰਾ ਇੱਕ ਭਏ ਨਾ, ਕੋਈ ਨਾ ਸਕੈ ਪਛਾਣੇ। ਉਹਨਾਂ ਨੇ ਰਾਮ ਦਾ ਨਾਮ ਜਪਾਇਆ ਤੇ ਰਾਮ ਦਾ ਹੀ ਰੂਪ ਬਣਾਤਾ। ਅਬ ਤੋਂ ਜਾਈ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ। ਰਾਮ ਕਬੀਰਾ ਇੱਕ ਭਏ ਹੈ, ਕੋਈ ਨਾ ਸਕੈ ਪਛਾਣੇ। ਤੋ ਇਸ ਤਰ੍ਹਾਂ ਸੋ ਮਹਾਰਾਜ ਕਥਨ ਕਰਦੇ ਹਨ। ਜਿਉ ਚੰਦਨ ਸੰਗ ਬਸੈ ਨਿਮ ਬਰਖਾ। ਜਿਸ ਤਰ੍ਹਾਂ ਸਾਧ ਸੰਗਤ ਜੀਓ ਵੇਖੋ, ਕੀੜੀਆਂ ਹੁੰਦੀਆਂ ਨੇ, ਕੀੜੀਆਂ ਕਿੰਨੀਆਂ ਜ਼ਹਿਰੀਲੀਆਂ ਹੁੰਦੀਆਂ। ਸੱਪ ਦੀ ਸੁੰਡ ਤੇ ਲੜ ਜਾਏ ਕੀੜੀ, ਕਹਿੰਦੇ ਉਹਨੂੰ ਮਾਰ ਕੱਢਦੀ। ਪਰ ਵੇਖੋ ਮੈਜੋਰਟੀ ਕਿੰਨੀ ਹੈ, ਇਕੱਠੀਆਂ ਰਲ ਕੇ ਕਈ ਕੁਛ ਕਰੀ ਜਾਂਦੀਆਂ ਨੇ। ਤੇ ਇਸੇ ਤਰ੍ਹਾਂ ਜਿਹੜੀਆਂ ਮੱਖੀਆਂ ਹੁੰਦੀਆਂ ਨੇ, ਕਿੰਨੀਆਂ ਮੱਖੀਆਂ ਕਿੰਨੀਆਂ ਕੌੜੀਆਂ ਹੁੰਦੀਆਂ ਨੇ, ਲੜ ਜਾਏ ਸਹੀ ਜਾਨ ਕੱਢ ਕੇ ਰੱਖ ਦਿੰਦੀਆਂ, ਪਰ ਉਹ ਇਕੱਠੀਆਂ ਹੋ ਕੇ ਫੁੱਲਾਂ ਤੋਂ ਸ਼ਹਿਦ ਬਣਾ ਦਿੰਦੀਆਂ। ਕਿੰਨਾ ਮਿੱਠਾ ਹੁੰਦਾ। ਕਿਉਂ? ਹੈ ਤਾਂ ਅਸੀਂ ਜਿਸ ਤਰ੍ਹਾਂ ਦੇ ਮਰਜ਼ੀ ਸਮਝ ਲਓ। ਜਿੰਨਾ ਗੁੱਸਾ ਸਿੱਖ ਦੇ ਵਿੱਚ ਹੈ, ਮੇਰੇ ਖਿਆਲ ਮੁਤਾਬਕ ਕਿਸੇ ਹੋਰ ਧਰਮ ਵਾਲੇ ਬੰਦੇ 'ਚ ਨਹੀਂ ਹੋਊਗਾ। ਇਹ ਤਾਂ ਅੱਗ ਦੀ ਲਾਟ ਨੇ। ਔਰ ਕਿੰਨੇ ਹਜ਼ਾਰ ਵੋਲਟ ਕਹਿ ਲਓ, ਉਨੇ ਹਜ਼ਾਰ ਹੀ ਇਹਨਾਂ 'ਚ ਕਰੰਟ ਹੈ, ਮਾਫ ਕਰਨਾ। ਤੋ ਇੰਨੇ ਗੁੱਸੇ ਖੋਰ ਹਨ। ਇਕੱਲਾ ਬੰਦਾ ਤਾਂ ਬੜਾ ਜ਼ਹਿਰੀ ਹੈ, ਪਰ ਜੇ ਮਿਲ ਕੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਦਾ ਜਦ ਨਾਮ ਜਪਣ ਲੱਗ ਪਏ, ਗੁਰੂ ਸਾਹਿਬ ਅੰਮ੍ਰਿਤ ਭਰ ਕੇ ਤੇ ਮਿੱਠਾ ਬਣਾ ਦਿੰਦੇ। ਜੇ ਮਾਤਾ ਅਜੀਤ ਕੌਰ ਨੇ ਪਤਾਸੇ ਨਾ ਪਾਏ ਹੁੰਦੇ ਤਾਂ ਇਹਨਾਂ ਲੜ ਲੜ ਹੀ ਮਰ ਜਾਣਾ ਸੀ ਆਪਸ ਦੇ ਵਿੱਚ। ਬਚਾ ਹੀ ਤਾਂ ਹੋਇਆ ਵੀ ਪਤਾਸੇ ਮਾਤਾ ਨੇ ਪਾਤੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਵੀ ਹੁਣ ਮਿੱਠਾ ਵੀ ਹੋਊਗਾ। ਤੋ ਹੈ ਤਾਂ ਨਿੰਮ ਦੀ ਤਰ੍ਹਾਂ ਅਸੀਂ ਕੌੜੇ ਹਾਂ, ਗੁੱਸੇ ਖੋਰ ਆ, ਲੜਾਈ ਝਗੜੇ ਵਾਲੇ ਤੇ ਖਹਿਬਾਜੀ ਵਾਲੇ। ਕੋਈ ਗੱਲ ਕਰਕੇ ਜਾਵੇ ਕਿੱਥੇ ਤੇ ਬੰਦੇ ਨੂੰ ਲਾਂਘ ਨਹੀਂ ਪੁੱਟਣ ਦਿੰਦੇ। ਇਸ ਤਰ੍ਹਾਂ ਦਾ ਖਾਲਸਾ ਹੈ। ਮਹਾਰਾਜ ਸਾਡਾ ਪਿਤਾ ਵੀ ਇਸ ਤਰ੍ਹਾਂ ਦਾ ਸੀਗਾ। ਕਟਾਰ ਮਾਰੀ ਤੇ ਬੰਦਾ ਤੰਬੂ ਨਹੀਂ ਟੱਪ ਸਕਿਆ, ਕਹਿੰਦੇ ਪੁੱਤ ਹੁਣ ਇੱਥੇ ਤੈਨੂੰ ਰੱਖਦਾ। ਉੱਠ ਸੁੱਤੇ ਉੱਠ ਕੇ ਖਲੋ ਗਏ, ਕਟਾਰ ਕੱਢ ਕੇ ਉਹਦੀ ਵੱਖੀ 'ਚ ਮਾਰ ਕੇ ਉਹਨੂੰ ਉੱਥੇ ਸੁੱਟ ਲਿਆ ਸੀਗਾ। ਤੇ ਇਸ ਵਾਸਤੇ ਹੈ ਤਾਂ ਜ਼ਹਿਰ ਦੇ ਭਰੇ ਹੋਏ, ਕ੍ਰੋਧ ਰੂਪੀ ਜ਼ਹਿਰ, ਪਰ ਜਦ ਇਹ ਵਰਤਦੇ ਨੇ ਵੀਰ ਰਸ ਦੇ ਵਿੱਚ ਤਾਂ ਧਰਮ ਦੀ ਰੱਖਿਆ ਹੁੰਦੀ ਹੈ, ਧੀਆਂ ਭੈਣਾਂ ਦੀ ਇੱਜ਼ਤ ਬਚਦੀ ਹੈ, ਚੜ੍ਹਦੀ ਕਲਾ ਹੁੰਦੀ ਹੈ। ਤੋ ਇਕੱਠੇ ਮਿਲ ਕੇ ਸੰਗਤ ਕਰਦੇ ਨੇ ਤਾਂ ਅੰਮ੍ਰਿਤ ਝਰਦਾ ਹੈ ਨਿੰਮ ਵਰਗੇ ਕੌੜੇ। ਗੁਰੂ ਸਾਹਿਬ ਜੀ ਚੰਦਨ ਦੀ ਤਰ੍ਹਾਂ ਇਹਨਾਂ ਨੂੰ ਸੁਗੰਧਿਤ ਕਰ ਦਿੰਦੇ ਨੇ ਗੁਣਾਂ ਵਾਲੇ। ਗੁਣ ਚੰਦਨ ਕੇ ਬਸਖੇ। ਚੰਦਨ ਦੇ ਗੁਣ ਹਿਰਦੇ ਰੂਪ ਆਕਾਸ਼ ਵਿੱਚ ਵਸ ਜਾਂਦੇ, ਸ਼ਾਂਤੀ ਸੀਤਲਤਾ ਆਤਕ। ਹਮਾਰੇ ਅਵਗਨ ਵਿਖਿਆ ਵਿਖੈ ਕੇ। ਸਾਡੇ ਵਿੱਚ ਵਿਖਿਆ ਮਾਇਆ ਅਤੇ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ ਵਿਸ਼ਿਆਂ ਦੇ ਔਗਣ ਨੇ। ਬਹੁ ਬਾਰ ਨਿਮਖੇ। ਜੋ ਬਹੁਤੇ ਵਾਰ ਨਿਮਖ ਕਾਲ ਵਿੱਚ ਕੀਤੇ ਸਨ,
ਜਾਂ ਰੋਮ ਰੋਮ ਦੇ ਵਿੱਚ ਬਹੁਤ ਹੀ ਨਿਗਮ ਕਾਲ ਵਿੱਚ ਕੀਤੇ ਸਨ, ਜੋ ਹਰੇਕ ਜਨਮਾਂ 'ਚ ਵਾਰੀ ਵਾਰੀ ਬਹੁਤ ਔਗਣ ਕਰਦੇ ਸੀ। ਉਹਨਾਂ ਔਗਣਾਂ ਨੂੰ ਸੱਚੇ ਪਾਤਸ਼ਾਹ ਨੇ ਇੱਕ ਨਿਮਖ ਵਿੱਚ ਹੀ ਨਾਮ ਅਭਿਆਸ ਰੂਪ ਅੱਗ ਦੇ ਨਾਲ ਬਾਲ ਦਿੱਤਾ, ਸਾੜ ਦਿੱਤਾ ਹੈ। ਔਗਣ ਯਾਰੇ ਪਾਥਰ ਭਾਰੇ, ਅਸੀਂ ਬਹੁਤੀ ਔਗਣਾਂ ਕਰਕੇ ਪੱਥਰਾਂ ਦੀ ਤਰ੍ਹਾਂ ਭਾਰੇ ਸੀ, ਜਾਂ ਪੱਥਰਾਂ ਨਾਲੋਂ ਵੀ ਪਾਪਾਂ ਕਰਮਾਂ ਕਰਕੇ ਭਾਰੇ ਹੋ ਰਹੇ ਸੀ। ਹਮ ਪਾਪੀ ਪਾਥਰ ਨੀਰ ਡੁਬਤ ਹੈ, ਕਰ ਕਿਰਪਾ ਪਾਖਣ ਹਮ ਤਾਰੀ। ਹਰ ਤਾਰੇ ਸੰਗ ਜਨ ਖੇ, ਪਰ ਹੇ ਹਰੀ ਪਰਮੇਸ਼ਰ, ਤੁਸੀਂ ਆਪਣੇ ਪਿਆਰੇ ਸੰਤ ਜਨਾਂ ਦੀ ਚਰਨਾਂ ਧੂੜੀ ਔਰ ਉਹਨਾਂ ਦੀ ਸੰਗਤ ਨਾਲ ਮਿਲ ਕੇ ਆਪ ਹੀ ਸੰਸਾਰ ਸਮੁੰਦਰ ਤੋਂ ਤਾਰ ਦਿੱਤਾ ਹੈ। ਜਨ ਕਾ ਤੁਮਾਰ ਰਾਖੋ ਸੁਆਮੀ, ਇਹ ਮਾਲਕ ਪਰਮੇਸ਼ਰ ਜਿਨ੍ਹਾਂ ਨੂੰ ਤੁਸੀਂ ਆਪ ਰੱਖਣਾ ਚਾਹੁੰਦੇ ਹੋ, ਸਭ ਤਿਨ ਕੇ ਪਾਪ ਕਰਖੇ, ਤਿੰਨਾਂ ਦੇ ਸਾਰੇ ਪਾਪ ਗੁਣਾ ਤੁਸੀਂ ਵਾਹ ਸੁੱਟੇ, ਖਿੱਚ ਕੇ ਕੱਟ ਦਿੱਤੇ ਨੇ। ਜਿਵੇਂ ਖੇਤੀ ਵਿੱਚੋਂ ਦਾਤਰੀ ਨਾਲ ਨਦੀਨ ਨੂੰ ਖਿੱਚ ਦਈਦਾ, ਇਹ ਉਹਨਾਂ ਦੇ ਸਾਰੇ ਪਾਪ ਕਰਮ ਵਿਚਾਰ ਰੂਪ ਦਾਤੀ ਨਾਲ ਖਿੱਚ ਦਿੱਤੇ ਨੇ। ਜਨ ਨਾਨਕ ਕੇ ਦਿਆਲ ਪ੍ਰਭ ਸੁਆਮੀ, ਸਤਿਗੁਰੂ ਜੀ ਕਥਨ ਕਰਦੇ ਕਿ ਹੇ ਸਾਡੇ ਦਾਸਾਂ ਦੇ ਦਿਆਲੂ ਸੁਆਮੀ ਪਰਮੇਸ਼ਰ ਜੀ, ਤੁਮ ਦੁਸ਼ਟ ਤਾਰੇ ਹਰਨ ਖੇ, ਤੁਸੀਂ ਤਾਂ ਹਰਨਾਕਸ਼ ਵਰਗੇ ਭੈੜੇ ਪੁਰਖਾਂ ਨੂੰ ਵੀ ਤਾਰ ਦਿੱਤਾ। ਇਹਨਾਂ ਨੇ ਵਰ ਲਿਆ ਹੋਇਆ ਸੀਗਾ, ਜੈ ਤੇ ਬਜੈ ਪਹਿਰੇਦਾਰ ਸੀਗੇ, ਸਰਾਪ ਹੋ ਗਿਆ। ਕਹਿੰਦੇ ਕਦੋਂ ਮਿਲੋਗੇ? ਕਹਿੰਦੇ ਜੇ ਤਾਂ ਵੈਰ ਰੱਖੋਗੇ 3 ਜਨਮਾਂ 'ਚ, ਜੇ ਪਿਆਰ ਰੱਖੋਗੇ ਫਿਰ 7 ਜਨਮਾਂ 'ਚ। ਇਹਨਾਂ ਨੇ ਛੇਤੀ ਮਿਲਣ ਵਾਸਤੇ ਵੈਰ ਰੱਖਿਆ ਸੀਗਾ। ਹਿਰਨ ਕਸ਼ਪ ਤੇ ਹਰਨਾਕਸ਼, ਫਿਰ ਰਾਵਣ ਤੇ ਕੁੰਭਕਰਨ ਤੇ ਕੰਸ ਤੇ ਕੇਸੀ, ਇਹਨਾਂ 3 ਜਨਮ ਲਏ ਤੇ ਭਗਵਾਨ ਨੇ ਆਪ ਇਹਨਾਂ ਨੂੰ ਮਾਰ ਕੇ ਆਪਣੇ ਚਰਨਾਂ ਨਾਲ ਮਿਲਿਆ। ਮਤਲਬ ਦੁਸ਼ਟਾਂ ਨੂੰ ਵੀ ਮਹਾਰਾਜ ਕਿਰਪਾ ਕਰਕੇ ਆਪ ਦੇ ਨਾਲ ਮੇਲ ਕੇ ਤਾਰ ਦਿੰਦੇ ਨੇ। ਅੱਜ ਤਾਂ ਫਿਰ ਵੀ ਗੁਰੂ ਜੀ ਦੇ ਸਿੱਖ ਅਖਵਾਉਂਦੇ ਆ। ਜਿਸ ਵਕਤ ਪਰਮੇਸ਼ਰ ਨੇ ਨਰਸਿੰਘ ਸਰੂਪ ਧਾਰ ਕੇ ਹਰਨਾਕਸ਼ ਨੂੰ ਮਾਰਿਆ ਸੀ, ਤਾਂ ਉਸ ਵਕਤ ਪ੍ਰਹਿਲਾਦ ਨੇ ਵੀ ਹੱਥ ਜੋੜ ਕੇ ਭਗਵਾਨ ਨੂੰ ਕਿਹਾ ਸੀ ਵੀ ਹੇ ਮਹਾਰਾਜ, ਇਹ ਭਾਵੇਂ ਮੇਰਾ ਪਿਓ ਸੰਤ ਦੋਖੀ ਜਾਂ ਤੁਹਾਡਾ ਨਾਮ ਨੂੰ ਸੁਣ ਕੇ ਕ੍ਰੋਧਿਤ ਹੁੰਦਾ ਸੀ, ਗਊ ਗਰੀਬ ਨੂੰ ਮਾਰਨ ਵਾਲਾ ਸੀ, ਪਰ ਹੇ ਪਰਮੇਸ਼ਰ ਹੈ ਤਾਂ ਪਿਓ ਤਾਂ ਪਿਓ ਹੀ ਹੁੰਦਾ, ਭਾਵੇਂ ਸ਼ਰਾਬੀ ਕਬਾਬੀ ਨਿਕੰਮਾ ਵੀ ਕਿਉਂ ਨਾ ਹੋਵੇ, ਪਰ ਉਹਨੂੰ ਮਾੜਾ ਨਹੀਂ ਕਹੀਦਾ, ਉਹਦਾ ਭਲਾ ਕਰੀਦਾ। ਤੇ ਕਿਰਪਾ ਕਰ, ਮੈਂ ਇਹਦੇ ਘਰ ਪੁੱਤਰ ਬਣ ਕੇ ਜੰਮਿਆ ਤੇ ਇਹਦੀ ਵੀ ਗਤੀ ਕਰ। ਇਹ ਸੁਣ ਕੇ ਮਹਾਰਾਜ ਕਹਿਣ ਲੱਗੇ, ਤੇਰੀਆਂ ਤਾਂ ਕੀ ਕੋਲਾਂ ਪਹਿਲਾਂ ਹੀ ਤਾਰ ਦਿੱਤੀਆਂ, ਤੂੰ ਕਾਹਦੀ ਗੱਲ ਕਰ ਦਿੱਤੀ ਪ੍ਰਹਿਲਾਦ? ਇਉਂ ਦੁਸ਼ਟ ਹਰਨਾਕਸ਼ ਨੂੰ ਵੀ ਮਾਰੇ ਨੇ ਤਾਰਿਆ। ਐਸੀ ਵਾਹਿਗੁਰੂ ਦੀ ਕਿਰਪਾ ਹੋਈ। ਪਰ ਜਿਹੜਾ ਬੰਦਾ ਬੁਰੇ ਕੰਮ ਕਰਦਾ ਉਹਦਾ ਨਾਮ ਬੁਰਾ ਪ੍ਰਸਿੱਧ ਹੁੰਦਾ, ਜਿਹੜਾ ਚੰਗਾ ਕਰਦਾ ਚੰਗਾ ਪ੍ਰਸਿੱਧ ਹੁੰਦਾ। ਤਰ ਤਾਂ ਲੋਹਾ ਵੀ ਜਾਂਦਾ, ਤਾਂਬਾ ਵੀ ਜਾਂਦਾ, ਪਰ ਸੋਨੇ ਦਾ ਮੁੱਲ ਸੋਨਾ ਪੈਂਦਾ, ਲੋਹੇ ਦਾ ਲੋਹਾ ਪੈਂਦਾ। ਤੋ ਇਸ ਲਈ ਇਹ ਸੋਚ ਕੇ ਸਾਨੂੰ ਸਮਝ ਕੇ ਰਹਿਣਾ ਚਾਹੀਦਾ। ਭੁੱਲਾਂ ਚੁੱਕਾ क्षमा करो जी, ਅੱਗੇ ਤੋਂ ਸਮਤ ਬਖਸ਼ੋ। ਜਨ ਕੋ ਤੁਮ ਹਰ ਰਾਖਿਓ ਰਾਖੋ ਸੁਆਮੀ, ਸਭ ਤਿਨ ਕੇ ਪਾਪ ਕਰਖੇ, ਜਨ ਨਾਨਕ ਕੇ ਦਿਆਲ ਪ੍ਰਭ ਸੁਆਮੀ, ਤੁਮ ਦੁਸ਼ਟ ਤਾਰੇ ਹਰਨ ਖੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।